ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹੱਲਾ ਨਾਵਾ। ਮਨ ਕਹਾ ਬਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਉ ਪਰੈ ਕਾਮ। ਮਨ ਕਹਾ ਬਿਸਾਰਿਓ ਰਾਮ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹੱਲਾ ਨਾਵਾ। ਬਸੰਤ ਰਾਗ ਵਿੱਚ ਨਾਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ੋਭਾਮਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮਨ ਕਹਾ ਬਿਸਾਰਿਓ ਰਾਮ ਨਾਮ। ਹੇ ਮਨਾ, ਤੂੰ ਰਾਮ ਪਰਮਾਤਮਾ ਦਾ ਨਾਮ ਕਾਹਦੇ ਲਈ ਭੁਲਾਇਆ ਹੋਇਆ ਹੈ। ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੇਹ ਤੇਹ ਆਪ ਬੰਧਾਇਓ। ਤਨ ਬਿਨਸੈ ਜਮ ਸਿਉ ਪਰੈ ਕਾਮ। ਜਦੋਂ ਇਹ ਸਰੀਰ ਨਾਸ਼ ਹੋਵੇਗਾ, ਤਦੋਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਣ ਕਰਕੇ ਯਮਰਾਜ ਯਮਦੂਤਾਂ ਦੇ ਨਾਲ ਹੀ ਤੇਰਾ ਕੰਮ ਪਵੇਗਾ। ਭਾਵ ਜਮਾਂ ਦੇ ਨਾਲ ਤੈਨੂੰ ਜਾਣਾ ਪਵੇਗਾ। ਰਹਾ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਇਹੋ ਜਗ ਧੂਏ ਕਾ ਪਹਾੜ। ਇਹ ਮਨਾ, ਇਹ ਸੰਸਾਰ ਦੇ ਇੱਕ ਧੂਏ ਦਾ ਪਹਾੜ ਹੈ। ਭਾਵ ਧੂਏ ਵਾਂਗ ਨਾਸ਼ਵਾਨ ਹੈ। ਤੈ ਸਾਚਾ ਮਾਨਿਆ ਕਿਹੇ ਵਿਚਾਰ। ਫਿਰ ਤੂੰ ਕਿਹੜੀ ਵਿਚਾਰ ਕਰਕੇ ਇਸ ਨਾਸ਼ਵਾਨ ਸੰਸਾਰ ਨੂੰ ਸੱਚਾ ਮੰਨਿਆ ਹੋਇਆ ਹੈ। ਧਨਦਾਰ ਸੰਪਦਾ ਗ੍ਰਹਿ। ਜੋ ਇਹ ਦੌਲਤ, ਇਸਤਰੀ, ਵਿਭੂਤੀ ਅਤੇ ਘਰ ਆਦਿਕ ਹਨ। ਕਛ ਸੰਗ ਨਾ ਚਾਲੈ ਸਮਝ ਲੈ। ਤੂੰ ਇਹ ਸਮਝ ਲੈਣਾ ਕਰ ਕਿ ਅੰਤ ਨੂੰ ਇਹ ਕੁਝ ਵੀ ਨਾਲ ਨਹੀਂ ਚੱਲੇਗਾ। ਇੱਕ ਭਗਤ ਨਾਰਾਇਣ ਹੋਏ ਸੰਗ। ਇੱਕ ਕੇਵਲ ਪਰਮਾਤਮਾ ਦੀ ਪ੍ਰੇਮਾ ਭਗਤੀ ਹੀ ਤੇਰੇ ਨਾਲ ਹੋਵੇਗੀ। ਕਹੋ ਨਾਨਕ ਭਜ ਹੱਤੇ ਹੀ ਕਰੰਗ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਇਸ ਲਈ ਹੀ ਮਨ ਤਿਸ ਇੱਕ ਪਰਮਾਤਮਾ ਨੂੰ ਪ੍ਰੇਮ ਕਰਕੇ ਭਜਨ ਕਰ, ਸਿਮਰਨ ਕਰ। ਬਸੰਤ ਮਹੱਲਾ ਨਾਵਾ। ਨਾਵੇਂ ਪਾਤਸ਼ਾਹ ਬਸੰਤ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਕਹਾ ਭੁੱਲਿਓ ਰੇ। ਇਹ ਭਾਈ ਤੂੰ
ਕੀ ਪਰਮਾਤਮਾ ਨੂੰ ਭੁੱਲਿਆ, ਕਾਹਦੇ ਲਈ ਭੁੱਲੀ ਬੈਠਾ ਹੈ। ਝੂਠੇ ਲੋਭ ਲਾਗ, ਝੂਠੇ ਪਦਾਰਥਾਂ ਦੇ ਲਾਲਚ ਵਿੱਚ ਲੱਗ ਕੇ ਤੂੰ ਪਰਮਾਤਮਾ ਦੇ ਨਾਮ ਨੂੰ ਭੁੱਲੀ ਬੈਠਾ ਹੈ। ਕਛ ਬਿਗੜਿਓ ਨਾਹਨ। ਇਹ ਭਾਈ ਹੁਣ ਵੀ ਅਜੇ ਤੇਰਾ ਕੁਝ ਵਿਗੜਿਆ ਨਹੀਂ ਹੈ। ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਦਾ। ਚੌਕੇ ਧੋ ਲਓ, ਆਟਾ ਡੁੱਲ ਜਾਏ ਮੁੜ ਕੇ ਕੱਖ ਨਹੀਂ ਰਹਿੰਦਾ। ਕਬੀਰ ਕੀਚੜ ਆਟਾ ਗਿਰ ਪਰਿਆ, ਕਿਛੂ ਨਾ ਆਇਓ ਹਾਥ। ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ। ਜਿੰਨਾ ਚਿਰ ਇਹ ਜ਼ਿੰਦਗੀ ਹੈ, ਇਹ ਸਵਾਸ ਨੇ। ਬਾਲ ਕੁਮਰਾ ਚਲੀ ਗਈ, ਕੁਝ ਬੇਰ ਡੁੱਲ ਗਏ। ਜਵਾਨੀ ਚਲੀ ਗਈ, ਕੁਝ ਡੁੱਲ ਗਏ। ਫਿਰ ਵੀ ਤੂੰ ਬੁਢੇਪੇ 'ਚ ਵੀ ਭਜਨ ਕਰ ਸਕਦਾ ਹੈ। ਪਰ ਜੇ ਸਵਾਸ ਹੀ ਨਿਕਲ ਗਏ ਫਿਰ ਤਾਂ ਆਟਾ ਹੀ ਡੁੱਲ ਗਿਆ, ਕੁਝ ਵੀ ਹੱਥ ਨਹੀਂ ਆਇਆ। ਇਸ ਲਈ ਅਜੇ ਤਾਂ ਤੇਰਾ ਕੁਝ ਨਹੀਂ ਵਿਗੜਿਆ। ਤੂੰ ਹੁਣ ਵੀ ਅਵਿਦਿਆ ਦੀ ਨੀਂਦ ਤੋਂ ਗਿਆਨ ਅਵਸਥਾ ਵਿੱਚ ਜਾਗਣਾ ਕਰ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨ ਹੋਇਆ। ਮਾਤ ਪਿਤਾ ਸਤਬੰਧ ਜਨ, ਹਿਤ ਜਾਸਿਓ ਕੀਨਾ। ਜੀਓ ਛੂਟਿਓ ਜਬ ਦੇਹ ਤੇ, ਡਰ ਅਗਨ ਮੈਂ ਦੀਨਾ। ਐ ਮੇਰਿਆ ਮਨਾ, ਤੂੰ ਅਜੇ ਵੀ ਜਾਗ ਲੈਣਾ ਕਰ। ਉੱਠ ਜਾਗ ਕਰਾੜੇ ਮਾਰ, ਨਹੀਂ ਤੂੰ ਇਸ ਜਹਾਨੋਂ ਜਾਵੇਂਗੀ, ਮੁੜ ਕਦਮ ਨਾ ਇੱਥੇ ਪਾਵੇਂਗੀ। ਕੀ ਗਾਫਲਦਾਈ ਦੀ ਨੀਂਦ ਵਿੱਚ ਸੁੱਤਾ ਪਿਆ ਹੈ? ਜਿਹੜਾ ਧੀਆਂ ਪੁੱਤ ਮਾਂ ਪਿਓ ਹੈ, ਜਿਹਦੇ ਨਾਲ ਤੂੰ ਮੋਹ ਲਾਇਆ ਹੋਇਆ, ਜਿਸ ਵਕਤ ਤੇਰੀ ਜੀਵ ਆਤਮਾ ਸਰੀਰ ਨੂੰ ਤਿਆਗ ਜਾਏਗੀ, ਉਹ ਫੜ ਕੇ ਅੱਗ 'ਚ ਸੁੱਟ ਕੇ ਸਾੜ ਦੇਣਗੇ। ਜੀਵਤ ਲੋ ਵਿਵਹਾਰ ਹੈ, ਜਾਕੋ ਤੁਮ ਜਾਨੋ। ਇਹ ਜਗਤ ਨੂੰ, ਇਹਨਾਂ ਜੀਵਾਂ ਨੂੰ ਜਿਉਂਦਿਆਂ ਦੇ ਮੇਲੇ ਸਮਝ ਲੈਣਾ ਕਰ। ਨਾਨਕ ਹਰ ਗੁਣ ਗਾਈ ਲੈ, ਸਭ ਸੁਪਨ ਸਮਾਨੋ। ਇਸ ਲਈ ਮਹਾਰਾਜ ਕਹਿੰਦੇ ਤੂੰ ਹਰੀ ਦੇ ਗੁਣ ਗਾ ਲੈ ਗੁਰਮੁਖ। ਜੋ ਵੀ ਕੁਝ ਹੈ ਇਹ ਸੁਪਨੇ ਦੀ ਤਰ੍ਹਾਂ ਝੂਠਾ ਹੈ। ਜਹੂ ਜਾਗ, ਅਜੇ ਵੀ ਜਾਗ ਪਾਓ, ਟਾਈਮ ਹੈ ਹੀ ਉਹ। ਅਜੇ ਕਥਾ ਕੀਰਤਨ ਗੁਰਦੁਆਰੇ 'ਚ ਚੱਲ ਰਿਹਾ ਹੈ। ਸੋ ਗਿਆਨ ਜਾਗਰਤ ਅਵਸਥਾ ਵਿੱਚ, ਬੁਢੇਪੇ ਵਿੱਚ ਵੀ ਜਾਗ ਪਾਓ। ਰਹਾ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜਗ ਸੁਪਨ ਕੈ ਸਮ ਸੁਪਨ ਕੈ, ਇਹੋ ਜਗ ਜਾਨ। ਇਹ ਭਾਈ ਤੂੰ ਸੁਪਨੇ ਦੇ ਸਮਾਨ ਹੀ ਇਸ ਸੰਸਾਰ ਨੂੰ ਨਾਸ਼ਵੰਤ ਜਾਣਨਾ ਕਰ। ਬਿਨਸੈ ਛਿਨਮੈ ਸਾਚੀ ਮਾਂ। ਜਿਵੇਂ ਜਾਗਣ ਦੇ ਨਾਲ ਸੁਪਨਾ ਨਾਸ਼ ਹੋ ਜਾਂਦਾ ਹੈ, ਇਉਂ ਗਿਆਨ ਅਵਸਥਾ ਵਿੱਚ ਜਾਗਣ ਨਾਲ ਇਹ ਇੱਕ ਖਿਣ ਵਿੱਚ ਹੀ ਨਾਸ਼ ਹੋ ਜਾਵੇਗਾ। ਤੂੰ ਇਹ ਗੱਲ ਸੱਚੀ ਮੰਨਣਾ ਕਰ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਕਹਿ ਨਾਨਕ ਥਿਰ ਨਾ ਰਹਿ, ਜਿਉ ਬਾਲੂ ਕੀ ਪੀਤ। ਜਗ ਜੀਵਨ ਐਸਾ, ਸੁਪਨੇ ਜੈਸਾ। ਜੀਵਨ ਸੁਪਨ ਸਮਾਨੰ, ਸਾਚ ਕਰ ਹਮ ਗਾਠ ਦੀਨੀ। ਛੋੜ ਪਰਮ ਨਿਧਾਨੰ। ਬਾਬਾ ਬੋਲਤੇ ते कहाँ गए, देही के संग रहते। सुरत माहे जो नृत्य करते, कथा वार्ता कहते। ਕੰਨ ਵੀ ਚਲੇ ਗਏ, ਅੱਖਾਂ ਵੀ ਚਲੀਆਂ ਗਈਆਂ, ਜ਼ਬਾਨ ਦਾ ਬੋਲ ਵੀ ਚਲਾ ਗਿਆ। ਤੂੰ ਅਜੇ ਵੀ ਘਰਾੜੇ ਮਾਰ ਰਿਹਾ ਹੈ। ਉੱਠ ਜਾਗ ਤੇ ਜਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਮਹਾਰਾਜ ਦਾ ਭਜਨ ਕਰ। ਸੰਗ ਤੇਰਾ ਹਰ ਬਸਤ ਨੀਤ। ਹੇ ਭਾਈ, ਹਰੀ ਪ੍ਰਮਾਤਮਾ ਨਿਤ ਪ੍ਰਤੀ ਤੇਰੇ ਨਾਲ ਹੀ ਵਸਦਾ ਹੈ, ਦੂਰ ਨਾਹੀ ਮੇਰੋ ਪ੍ਰਭ ਪਿਆਰਾ। ਨਿਸਬਾਸੁਰ ਭਜਤਾ ਹੈ ਮੀਤ। ਇਹ ਮਿੱਤਰ, ਤੂੰ ਉਸ ਪ੍ਰਭੂ ਨੂੰ ਦਿਨ ਅਤੇ ਰਾਤ ਭਜਨਾ ਕਰ, ਸਿਮਰਨ ਕਰ। ਨਾ ਦਿਨ ਵੇਖ ਨਾ ਰਾਤ ਵੇਖ, ਕਿਉਂਕਿ
ਪਾਤਸ਼ਾਹ ਦਾ ਬਚਨ ਹੈ, ਕਬੀਰ ਜੀ ਦੀ ਰਸਨਾ ਤੋਂ, ਕਬੀਰ ਸੂਤਾ ਕੀਆ ਕਰੈ ਹੈ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ। ਤੂੰ ਦਿਨੇ ਵੀ ਤੇ ਰਾਤ ਵੀ ਸੁੱਤਾ ਰਹਿੰਦਾ ਹੈ, ਜਦ ਕੋਈ ਜਗਾਉਂਦਾ ਹੈ ਤਾਂ ਤੈਨੂੰ ਗੁੱਸਾ ਚੜ੍ਹਦਾ ਹੈ। ਸਪੀਕਰ ਦੀ ਆਵਾਜ਼ ਸੁਣ ਕੇ ਗੁੱਸਾ ਕਰ ਦਾਂਗੇ, ਸੌਣ ਨਹੀਂ ਦਿੰਦੇ। ਕੋਈ ਗੱਲ ਨਹੀਂ, ਜਿਉਂਦਿਆਂ ਨੂੰ ਬੰਦਾ ਜਗਾਉਂਦਾ ਹੈ, ਜਿਹੜੇ ਮਰ ਜਾਂਦੇ ਨੇ ਉਹਨਾਂ ਨੂੰ ਨਹੀਂ ਮੁੜ ਕੇ ਕੋਈ ਜਗਾਉਂਦਾ। ਸੁੱਤੇ ਰਹੀ, ਜਦੋਂ ਕਬਰ ਦੇ ਵਿੱਚ ਤੈਨੂੰ ਸੁੱਟ ਦਿੱਤਾ ਤਾਂ ਲੱਤਾਂ ਪਸਾਰ ਕੇ ਸੁੱਤਾ ਰਹੀ ਭਾਵੇਂ ਜੁਗਾ ਤੱਕ, ਮੁੜ ਕੇ ਨਹੀਂ ਕੋਈ ਜਗਾਏਗਾ। ਹੁਣ ਤੂੰ ਜਿਉਂਦਾ ਹੈ ਤਾਂ ਤੈਨੂੰ ਬੇਨਤੀ ਕਰ ਰਹੇ ਹਾਂ, ਕਬੀਰ ਸੂਤਾ ਕੀਆ ਕਰੈ, ਬੈਠਾ ਰੋ ਹਰ ਜਾਗ, ਜਾ ਕੇ ਸੰਗ ਦੇ ਬੀਸ਼ੁਰਾ ਤਾਹੀ ਕੇ ਸੰਗ ਲਾਗ। ਇਸ ਲਈ ਨਿਤ ਪ੍ਰਤੀ ਦਿਨ ਰਾਤ ਉਸ ਵਾਹਿਗੁਰੂ ਜੀ ਦਾ ਭਜਨ ਕਰ। ਬਾਰੇ ਅੰਤ ਕੀ ਹੋਏ ਸਹਾय, ਜੋ ਪ੍ਰਭੂ ਅਖੀਰ ਦੀ ਵਾਰੀ ਸਮੇਂ ਤੇਰਾ ਸਹਾਇਕ ਹੋਵੇਗਾ। ਕਹੋ ਨਾਨਕ ਗੁਣ ਤਾਗੇਗਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਤਿਸ ਪ੍ਰਭੂ ਦੇ ਗੁਣਾਂ ਨੂੰ ਗਾਉਣਾ ਕਰ। ਬਸੰਤ ਮਹਲਾ ਪਹਿਲਾ। ਬਸੰਤ ਰਾਗ ਅੰਦਰ ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਇਹ ਜੋ ਪਾਵਨ ਸ਼ਬਦ ਹਨ, ਅਸ਼ਟਪਦੀਆ 8 ਪਦਾਂ ਵਾਲੀ ਬਾਣੀ, ਪੌੜੀਆਂ ਵਾਲੀ ਬਾਣੀ ਉਚਾਰਨ ਕਰ ਰਹੇ ਨੇ। ਘਰ ਪਹਿਲਾ ਪਹਿਲੇ ਕਰ ਸੁਰਤਾਲ ਦੇ ਅੰਦਰ ਦੋ ਤੁਕੀਆ, ਦੋ ਤੁਕਾਂ ਤੇ ਅੰਕਾਂ ਵਾਲੀ ਬਾਣੀ ਉਚਾਰਨ ਕਰ ਰਹੇ ਨੇ। ਇੱਕ ਓੰਕਾਰ, ਇੱਕ ਅਦੁੱਤੀ ਬ੍ਰਹਮ ਓੰਕਾਰ, ਸਰਬ ਦਾ ਪ੍ਰਕਾਸ਼ਕ, ਸਤਿਗੁਰ ਪ੍ਰਸਾਦ, ਜੋ ਕਿ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਜਗ ਕਊਆ ਨਾਮ ਨਹੀਂ ਚੀਤਾ। ਇਹ ਜਿਹੜਾ ਜੱਗ ਹੈ ਇਹ ਕਾਂ ਹੈ, ਕਾਂ ਸਿਆਣਾ ਕਾਂ ਗੂੰ ਤੇ ਡਿੱਗਦਾ, ਮਾਫ ਕਰਨਾ, ਵਿਸ਼ਿਆਂ ਦੇ ਗੂੰ ਤੇ ਡਿੱਗਦਾ ਹੈ, ਨਾਮ ਜੋ ਨਹੀਂ ਚੇਤੇ ਕਰਦਾ। ਵਿਸ਼ੇ ਵਿਕਾਰਾਂ 'ਚ ਉਹ ਬੜੇ ਸਿਆਣੇ ਆਪਾਂ ਜੀ, ਕੋਈ ਵਕੀਲ ਹੈ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਬੜੀ ਦੁਨੀਆ ਸਿਆਣੀ ਹੈ, ਪਰ ਹੈ ਕਾਂ। ਇਹ ਜਿਹੜੀਆਂ ਪੰਕਤੀਆਂ ਨੇ ਗੁਰੂ ਸਾਹਿਬ ਨੇ ਉਸ ਵਕਤ ਉਚਾਰੀਆਂ, ਇਹ ਜੋ ਪਾਵਨ ਸ਼ਬਦ ਹੈ, ਜਦੋਂ ਰਾਜਾ ਸ਼ਿਵਨਾਭ ਤਿਸ ਦੀ ਮਨਸੁਖ ਸ਼ਾਹੂਕਾਰ ਮੁਲਾਕਾਤ ਹੋਈ ਤੇ ਸਨਮੁਖ ਜਿਹੜਾ ਮਨਸੁਖ ਸ਼ਾਹੂਕਾਰ ਸੀ ਉਹਦੇ ਤੋਂ ਸ਼ਿਵਨਾਭ ਰਾਜੇ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਉਪਮਾ ਸੁਣੀ ਤਾਂ ਰਾਜੇ ਦੇ ਮਨ ਵਿੱਚ ਵੀ ਗੁਰਾਂ ਦੇ ਦਰਸ਼ਨ ਕਰਨ ਦੀ ਇੱਛਾ ਹੋਈ ਤੇ ਰਾਜੇ ਨੇ ਮਨਸੁਖ ਸ਼ਾਹੂਕਾਰ ਨੂੰ ਕਿਹਾ ਕਿ ਮੈਂ ਸੁਣਿਆ ਹੈ ਕਿ ਗੁਰੂ ਨਾਨਕ ਦੇਵ ਜੀ ਹੁਣ ਮੋਦੀਖਾਨਾ ਛੱਡ ਕੇ ਦੇਸ਼ਾਂ ਪ੍ਰਦੇਸ਼ਾਂ ਸੰਗਤਾਂ ਨੂੰ ਤਾਰਨ ਲਈ ਵੇਚਣ ਲੱਗ ਪਏ ਨੇ। ਰਾਜੇ ਨੇ ਮਨਸੁਖ ਸ਼ਾਹੂਕਾਰ ਨੂੰ ਕਿਹਾ ਕਿ ਮੈਨੂੰ ਵੀ ਆਪਣੇ ਨਾਲ ਲਿਜਾ ਕੇ ਗੁਰੂ ਜੀ ਦਰਸ਼ਨ ਕਰਾਓ। ਤਦੋਂ ਮਨਸੁਖ ਸ਼ਾਹੂਕਾਰ ਨੇ ਕਿਹਾ, ਮੈਂ ਸੁਣਿਆ ਕਿ ਗੁਰੂ ਨਾਨਕ ਦੇਵ ਜੀ ਹੁਣ ਮੋਦੀਖਾਨਾ ਛੱਡ ਕੇ ਦੇਸ਼ਾਂ ਪ੍ਰਦੇਸ਼ਾਂ ਸੰਗਤਾਂ ਨੂੰ ਤਾਰਨ ਲਈ ਵੇਚਣ ਲੱਗ ਪਏ ਹਨ। ਆਪਾਂ ਸਤਿਗੁਰਾਂ ਨੂੰ ਕਿਵੇਂ ਲੱਭ ਸਕਾਂਗੇ? ਸਤਿਗੁਰਾਂ ਨੂੰ ਲੱਭਦਿਆਂ ਬਹੁਤ ਸਮਾਂ ਲੱਗ ਜਾਵੇਗਾ। ਇਸ ਲਈ ਜੇਕਰ ਤੇਰੇ ਮਨ ਦੇ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਹੈ ਤਾਂ ਰਾਜਨ ਤੂੰ ਇੱਥੇ ਦਿਲ ਦੀ ਭਾਵਨਾ ਨਾਲ ਸਤਿਗੁਰਾਂ ਨੂੰ ਰੱਦ ਨਾ ਕਰ। ਮੇਰਾ ਨਿਸ਼ਚਾ ਹੈ ਕਿ ਅੰਤਰਜਾਮੀ ਸਤਿਗੁਰੂ ਜੀ ਤੈਨੂੰ ਇੱਥੇ ਹੀ ਆਣ ਕੇ ਦਰਸ਼ਨ ਦੇਣਗੇ। ਤਦੋਂ ਤੋਂ ਰਾਜਾ ਸ਼ਿਵਨਾਭ ਵੈਰਾਗੀ ਹੋ ਕੇ ਹਰ ਰੋਜ਼
ਸਤਿਗੁਰਾਂ ਦਾ ਸਿਮਰਨ ਕਰਨ ਲੱਗ ਪਿਆ। ਜਦੋਂ ਦੰਭੀ ਪਖੰਡੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪਣਾ ਭੇਸ ਬਦਲ ਕੇ ਰਾਜੇ ਸ਼ਿਵਨਾਭ ਕੋਲ ਆ ਕੇ ਕਿਹਾ ਕਰਨ ਕਿ ਅਸੀਂ ਗੁਰੂ ਨਾਨਕ ਹਾਂ, ਪਰ ਰਾਜੇ ਨੂੰ ਕੋਈ ਸ਼ਾਂਤੀ ਨਾ ਹੋਵੇ। ਜਿਹੋ ਜਿਹੇ ਲੱਛਣ ਗੁਰੂ ਨਾਨਕ ਦੇਵ ਜੀ ਵਿੱਚ ਮਨਸੁਖ ਸ਼ਾਹੂਕਾਰ ਨੇ ਦੱਸੇ ਸੀ, ਉਹੋ ਜਿਹੇ ਇਹਨਾਂ ਦੇ ਜੀਵਨ 'ਚ ਨਾ ਵੇਖ ਕੇ ਰਾਜੇ ਨੂੰ ਬਹੁਤ ਉਦਾਸੀ ਹੋਈ। ਤਦੋਂ ਰਾਜੇ ਨੇ ਪਦਮਨੀਆਂ ਨੂੰ ਹੁਕਮ ਦੇ ਦਿੱਤਾ ਕਿ ਪਹਿਲਾਂ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਨਾਮ ਕਹਾ ਕਿ ਆਉਣ ਵਾਲਿਆਂ ਦੀ ਪਰਖ ਕਰਿਆ ਕਰੋ। ਇਸ ਪਰਖਣਾ ਵਿੱਚ ਪਖੰਡੀ ਲੋਕ ਸ਼ਰਮਿੰਦੇ ਹੋ ਕੇ ਹਾਰ ਕੇ ਜਾਣ ਲੱਗੇ। ਕੋਈ ਵੀ ਪਰਖਣਾ ਵਿੱਚ ਪੂਰਾ ਨਾ ਉਤਰਿਆ ਅਤੇ ਰਾਜਾ ਨਸ਼ਰਦਕ ਹੋਣ ਲੱਗਾ। ਸੋ ਇਸ ਰਾਜੇ ਦੀ ਭਾਵਨਾ ਪੂਰੀ ਕਰਨ ਲਈ ਅੰਤਰਜਾਮੀ ਸਤਿਗੁਰੂ ਜੀ ਸੰਗਲਾਦੀਪ ਵਿਖੇ ਪਹੁੰਚ ਗਏ। ਜਦੋਂ ਸਤਿਗੁਰੂ ਜੀ ਸ਼ਿਵਨਾਭ ਰਾਜੇ ਦੇ ਸੁੱਕੇ ਬਾਗ ਦੇ ਵਿੱਚ ਪਹੁੰਚੇ ਤਾਂ ਸਤਿਗੁਰਾਂ ਦੇ ਚਰਨ ਪੈਣ ਨਾਲ ਸਾਰਾ ਬਾਗ ਹਰਾ ਭਰਾ ਹੋ ਗਿਆ। ਮਾਲੀ ਨੇ ਜਾ ਕੇ ਰਾਜੇ ਸ਼ਿਵਨਾਭ ਨੂੰ ਦੱਸਿਆ ਕਿ ਕੁਝ ਫਕੀਰ ਆਏ ਨੇ, ਉਹਨਾਂ ਦੀ ਆਉਣ ਨਾਲ ਸਾਰਾ ਬਾਗ ਹਰਾ ਭਰਾ ਹੋ ਗਿਆ ਹੈ। ਰਾਜਾ ਸੁਣ ਕੇ ਚਿੱਤ 'ਚ ਬਹੁਤ ਪ੍ਰਸੰਨ ਹੋਇਆ ਅਤੇ ਮਨ ਵਿੱਚ ਸੰਸਾ ਵੀ ਹੋ ਗਿਆ ਕਿ ਕਿਤੇ ਕੋਈ ਤਾਕਤ ਵਾਲੀ ਸਿੱਧੀ ਨਾ ਹੋਣ, ਇਸ ਲਈ ਮੈਂ ਇਹਨਾਂ ਦੀ ਵੀ ਪਹਿਲਾਂ ਪਰਖ ਕਰ ਲਵਾਂ, ਫਿਰ ਦਰਸ਼ਨ ਕਰਨ ਜਾਵਾਂਗਾ। ਇਹ ਸੋਚ ਕੇ ਰਾਜੇ ਸ਼ਿਵਨਾਭ ਨੇ ਸਤਿਗੁਰਾਂ ਦੇ ਪਾਸ ਪਦਮਣੀਆਂ ਭੇਜੀਆਂ, ਜਿਨ੍ਹਾਂ ਔਰਤਾਂ ਨੇ ਸਤਿਗੁਰਾਂ ਦੇ ਪਾਸ ਜਾ ਕੇ ਬਹੁਤ ਹਾਵ ਭਾਵ ਦਿਖਾ ਕੇ ਸਤਿਗੁਰਾਂ ਨੂੰ ਆਪਣੇ 'ਤੇ ਮੋਹਿਤ ਕਰਨਾ ਚਾਹਿਆ, ਪਰੰਤੂ ਸਤਿਗੁਰੂ ਜੀ ਅਡੋਲ ਅਵਸਥਾ ਵਿੱਚ ਬੈਠੇ ਰਹੇ ਅਤੇ ਉਹਨਾਂ ਨੂੰ ਪੁੱਤਰੀ ਅੱਖਰ ਨਾਲ ਸੰਬੋਧਨ ਕਰਕੇ ਉਹਨਾਂ ਦੀ ਮੰਦ ਵਾਸ਼ਨਾ ਵੀ ਮੇਟ ਦਿੱਤੀ। ਇਸ ਪਾਵਨ ਸ਼ਬਦ ਦੇ ਵਿੱਚ 7ਵੀਂ ਪੌੜੀ ਵਿੱਚ ਪੰਗਤੀਆਂ ਨੇ, ਗਾਛੋ ਪੁੱਤਰੀ ਰਾਜ ਕੁਆਰ, ਇਹ ਰਾਜਕੁਮਾਰੀਓ ਤੁਸੀਂ ਮੇਰੀਆਂ ਪੁੱਤਰੀਆਂ ਹੋ, ਗਾਛੋ ਇੱਥੋਂ ਚਲੀਆਂ ਜਾਓ, ਨਾਮ ਪੜ੍ਹੋ ਸੱਚ ਦੋਤ ਸਵਾਰ। ਤੁਸੀਂ ਅੰਮ੍ਰਿਤ ਵੇਲਾ ਜਾਣ ਕੇ ਆਪਣੇ ਜੀਵਨ ਨੂੰ ਸੰਭਾਲ ਕੇ, ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਸੱਚੇ ਪਰਮਾਤਮਾ ਦਾ ਨਾਮ ਉਚਾਰਨਾ ਕਰੋ, ਜੀਵਨ ਤੁਹਾਡਾ ਸੁਧਰ ਜਾਏਗਾ। ਵਾਹਿਗੁਰੂ ਦੇ ਨਾਮ ਨੂੰ ਉਚਾਰੋ। ਕਿਹੜੇ ਕੰਮ 'ਚ ਪਈਆਂ ਹੋਈਆਂ ਹੋ, ਕਿੱਡਾ ਸੁੰਦਰ ਜਨਮ ਹੈ, ਤੁਸੀਂ ਵਿਅਰਥ ਗਵਾ ਰਹੀਆਂ ਹੋ। ਜਦੋਂ ਨਾ ਪੁੱਤਰੀ ਅੱਖਰ ਸੁਣਿਆ, ਉਹਨਾਂ ਦਾ ਮਨ, ਉਹਨਾਂ ਦਾ ਹਿਰਦਾ ਠੰਡਾ ਠਾਰ ਜਿਸ ਤਰ੍ਹਾਂ ਬਰਫ਼ 'ਚ ਲੱਗਾ ਹੁੰਦਾ, ਸ਼ਾਂਤੀ ਆ ਗਈ। ਧੰਨ ਗੁਰੂ ਸਾਹਿਬ ਚਰਨਾਂ 'ਤੇ ਮੱਥਾ ਟੇਕਿਆ, ਕਹਿਣ ਲੱਗੀਆਂ ਵੀ ਅੱਜ ਤੱਕ ਜਿੰਨੇ ਵੀ ਸਾਧੂ ਆਏ ਜਾਂ ਜਿਹੜਾ ਵੀ ਬੰਦਾ ਸਾਨੂੰ ਵੇਖਦਾ ਸੀਗਾ, ਉਹ ਬੁਰੀ ਭਾਵਨਾ ਕਰਕੇ ਹੀ ਵੇਖਦਾ ਸੀਗਾ, ਵਿਕਾਰੀ ਭਾਵਨਾ ਨਾਲ। ਪੁੱਤਰੀ ਅੱਖਰ ਤਾਂ ਅਸੀਂ ਅੱਜ ਤੱਕ ਕਿਸੇ ਕੋਲੋਂ ਸੁਣਿਆ ਹੀ ਨਹੀਂ। ਤੁਸੀਂ ਧੰਨੋ ਮਹਾਂਪੁਰਖੋ, ਹੇ ਬਾਬਾ ਜੀ ਗੁਰੂ ਨਾਨਕ ਸਾਹਿਬ, ਸੱਚਮੁੱਚ ਹੀ ਤੁਸੀਂ ਪਰਮਾਤਮਾ ਹੋ, ਤੁਸੀਂ ਸਾਨੂੰ ਪੁੱਤਰੀਆਂ ਅੱਖਰ ਆਖਿਆ, ਪੁੱਤਰੀਆਂ ਅੱਖਰ ਨਾਲ ਸੰਬੋਧਨ ਕੀਤਾ। ਮਹਾਰਾਜ ਸਾਡਾ ਮਨ ਸ਼ਾਂਤ ਕਰ ਦਿੱਤਾ, ਅਸੀਂ ਭੁੱਲੀਆਂ ਸੀਗੀਆਂ। ਗੁਰੂ ਸਾਹਿਬ ਕਹਿਣ ਲੱਗੇ ਆਪਣੇ ਪਿਓ ਦੇ ਅੱਗੇ ਧੀਆਂ ਰਾਣੀਆਂ ਇਸ ਤਰ੍ਹਾਂ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ। ਧੀਓ ਚਲੀਆਂ ਜਾਓ, ਜਾ ਕੇ ਨਹਾਓ ਧੋਵੋ, ਇਸ਼ਨਾਨ ਕਰੋ ਅਤੇ ਮੈਨੂੰ ਵੀ ਨਿਤਨੇਮ ਕਰਨ ਦਿਓ। ਉਹਨਾਂ ਮਾਫੀ ਮੰਗੀ ਅਤੇ ਉਪਦੇਸ਼ ਦੀ ਯਾਚਨਾ ਕੀਤੀ। ਉਹਨਾਂ ਦੀ ਬੇਨਤੀ ਸੁਣ ਕੇ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਪਾਵਨ ਅਸ਼ਟਪਦੀਆਂ ਵਾਲਾ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ। ਕਹਿਣ ਲੱਗੀਆਂ ਜੀ ਜੋ ਆਪ ਜੀ ਤੋਂ ਬਿਨਾਂ ਜੋ ਵੀ ਮਹਾਤਮਾ ਇੱਥੇ ਆਏ ਉਹ ਸਾਰੇ ਡੋਲ ਜਾਂਦੇ ਰਹੇ, ਪਰ ਅਸੀਂ ਹੈਰਾਨ ਹਾਂ ਕਿ ਤੁਸੀਂ ਸਾਡੇ ਅੱਗੇ ਵੱਡੇ ਵੱਡੇ ਲੋਕ ਗੋਡੀਆਂ ਟੇਕ ਦਿੰਦੇ ਨੇ, ਡੋਲ ਜਾਂਦੇ ਰਹੇ ਨੇ, ਤੁਸੀਂ ਕਿਵੇਂ ਅਡੋਲ ਬੈਠੇ ਰਹੇ ਹੋ? ਤਾਂ ਗੁਰੂ ਸਾਹਿਬ ਜੀ
ਇੰਜ ਫਰਮਾਉਂਦੇ ਨੇ, ਪਿਆਰ ਨਾਲ ਸੁਣੋ ਜੀ। ਜਗ ਕਊਆ ਨਾਮ ਨਹੀਂ ਚੀਤ, ਇਹ ਜਗਤ ਦੇ ਜੀਵ ਕਾਂ ਦੀ ਤਰ੍ਹਾਂ ਵਿਸ਼ਿਆਂ ਨੂੰ ਵਿਸ਼ਟਾ ਖਾਣ ਵਾਲੇ ਹਨ, ਜੋ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦੇ ਹਨ। ਹੰਸ ਜਿਹੜੇ ਨੇ ਉਹ ਮਾਨ ਸਰੋਵਰ 'ਤੇ ਰਹਿੰਦੇ ਨੇ, ਹੀਰਿਆਂ ਮੋਤੀਆਂ ਦਾ ਚੋਗ ਚੁਗਦੇ ਨੇ। ਜਿਹੜੇ ਕਾਂ ਨੇ ਉਹ ਤਾਂ ਪਿੰਡ ਦੀਆਂ ਨਿਆਈਆਂ ਵਿੱਚ ਗੂੰਜ ਆਪਣੀ ਚੁੰਝ ਪਾਉਂਦੇ ਹਨ। ਇਸ ਤਰ੍ਹਾਂ ਸੋ ਜਿਹੜੇ ਮੰਦੇ ਜੀਵਨ ਵਾਲੇ ਕਾਂ ਦੀ ਤਰ੍ਹਾਂ ਕਾਲੇ ਮਨਾਂ ਵਾਲੇ ਨੇ, ਉਹ ਵਿਸ਼ਿਆਂ ਵਿਕਾਰਾਂ 'ਚ ਆਪਦੇ ਮਨ ਰੂਪੀ ਚੁੰਝ ਨੂੰ ਫਸਾਈ ਰੱਖਦੇ ਨੇ। ਨਾਮ ਵਿਸਾਰ ਗਿਰਾ ਦੇਖ ਭੀਤ, ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਵਿਸ਼ਿਆਂ ਰੂਪੀ ਚੋਗੇ ਨੂੰ ਵੇਖ ਕੇ ਆਪਣੇ ਜੀਵਨ ਤੋਂ ਡਿੱਗ ਜਾਂਦਾ ਹੈ ਜੀਵ। ਸਿੰਧੀ ਬੋਲੀ ਵਿੱਚ ਭੀਤ ਦਾ ਅਰਥ ਚੋਗਾ ਹੈ। ਵਿਸ਼ਿਆਂ ਦਾ ਚੋਗਾ ਵੇਖ ਕੇ ਫਿਰਦੀ ਫਿਰਦੀ ਦਹਿ ਦਿਸਾ, ਜਲ ਪਰਬਤ ਬਨ ਰਾਏ, ਜਿੱਥੇ ਡਿਠਾ ਮਿਰਤ ਕੋ ਇਲ ਬੈਠੀ ਆਏ। ਵੇਖਣ ਨੂੰ ਤਾਂ ਜਿਸ ਤਰ੍ਹਾਂ ਹਵਾਈ ਜਹਾਜ਼ ਚੜ੍ਹਿਆ ਹੁੰਦਾ, ਨਿਆਣੇ ਕਹਿੰਦੇ ਉਹ ਵੇਖੋ ਇੱਲ ਕਿੱਡੀ ਉੱਚੀ ਚੜ੍ਹੀ ਹੈ, ਪਰ ਉਹ ਇੱਲ ਦੀ ਨਿਗਾਹ ਮੁਰਦੇ 'ਤੇ ਹੁੰਦੀ ਹੈ। ਜਿੱਥੇ ਹੱਡਾ ਰੋੜੀ ਵੇਖੀ ਮੁਰਦੇ ਦੀ ਆ ਕੇ ਉਸੇ ਵਕਤ ਹੀ ਉੱਥੇ ਡਿੱਗ ਪੈਂਦੀ ਹੈ। ਇੰਝ ਜਿੰਨਾ ਮਰਜ਼ੀ ਮਹਾਤਮਾ ਸੰਤ ਬਣ ਜਾਵੇ, ਜਿੰਨਾ ਮਰਜ਼ੀ ਉੱਚਾ ਚੜ੍ਹ ਜਾਏ, ਜਿੱਥੇ ਵੇਖਿਆ ਵੀ ਵਿਕਾਰ ਹਨ, ਪ੍ਰਾਪਤੀ ਹੋ ਰਹੀ ਹੈ, ਕੋਈ ਵੇਖ ਨਹੀਂ ਰਿਹਾ, ਉਸੇ ਵਕਤ ਉੱਥੇ ਡਿੱਗ ਪੈਣਾ। ਉਹ ਇਸ ਤਰ੍ਹਾਂ ਜਿਸ ਤਰ੍ਹਾਂ ਰਾਵਣ ਨੇ ਸਾਧ ਬਣ ਕੇ ਵੇਖੋ ਸੀਤਾ ਦੀ ਬੇਅਦਬੀ ਕੀਤੀ ਸੀਗੀ, ਇਸ ਤਰ੍ਹਾਂ ਦੇ ਲੋਕ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਮਨੁਆ ਡੋਲਾ ਚੀਤਾ ਨੀ, ਐਸੇ ਜੀਵ ਦਾ ਮਨ ਵਿਕਾਰਾਂ ਵਿੱਚ ਡੋਲਦਾ ਰਹਿੰਦਾ ਹੈ ਅਤੇ ਚਿੱਤ ਅਨਿਤ ਮਿਥਿਆ ਪਦਾਰਥਾਂ 'ਚ ਲੱਗਾ ਰਹਿੰਦਾ ਹੈ, ਜਾਂ ਚਿੱਤ ਵਿੱਚ ਬਦਨੀਤੀ ਹੈ। ਜਗ ਸਿਓ ਟੂਟੀ ਝੂਠ ਬਰੀਦਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ ਰਹਾਉ। ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਉ ਬਾਧਿਓ ਚੀਤ। ਇਉਂ ਇਹ ਝੂਠੀ ਪ੍ਰੀਤੀ ਜਾਣ ਕੇ ਅਸੀਂ ਜਗਤ ਨਾਲੋਂ ਆਪਣੀ ਪ੍ਰੀਤੀ ਤੋੜ ਲਈ ਹੈ, ਜਾਂ ਝੂਠੇ ਸੰਸਾਰ ਨਾਲੋਂ ਆਪਣੀ ਪ੍ਰੀਤੀ ਤੋੜ ਲਈ ਹੈ, ਜਾਂ ਜਗਤ ਦੀ ਝੂਠੀ ਪ੍ਰੀਤੀ ਟੁੱਟ ਗਈ ਹੈ। ਕਾਮ ਕ੍ਰੋਧ ਬਿਖ ਬੱਜਰ ਭਾਰ, ਜੀਵ ਦੇ ਸਿਰ ਉੱਪਰ ਵਿਕਾਰ ਦ੍ਰਿਸ਼ਟੀ ਅਤੇ ਗੁੱਸੇ ਆਦਿਕ ਜ਼ਹਿਰ ਰੂਪ ਵਿਸ਼ਿਆਂ ਦਾ ਸਖਤ ਪੱਥਰ ਵਾਂਗ ਭਾਰ ਪਿਆ ਰਹਿੰਦਾ ਹੈ। ਨਾਮ ਬਿਨਾ ਕੈਸੇ ਗੁਣ ਚਾਰ, ਪਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ ਸੁੰਦਰ ਸ਼ੁਭ ਗੁਣ ਕਿਵੇਂ ਪ੍ਰਾਪਤ ਹੋ ਸਕਦੇ ਨੇ? ਭਾਵ ਪ੍ਰਾਪਤ ਨਹੀਂ ਹੋ ਸਕਦੇ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ, ਘਰ ਬਾਲੂ ਕਾ ਘੁੰਮਨ ਘੇਰ, ਇਹ ਜੀਵ ਦਾ ਸਰੀਰ ਪੰਜਾਂ ਤੱਤਾਂ ਰੂਪੀ ਰੇਤੇ ਦਾ ਘਰ ਹੈ, ਜੋ ਕਾਲ ਰੂਪੀ ਘੁੰਮਣ ਘੇਰੀ ਵਿੱਚ ਪਿਆ ਰਹਿੰਦਾ ਹੈ। ਬਰਖਸ ਬਾਣੀ ਬੁੱਧ ਬਦਾਹੇਰ, ਜਿਵੇਂ ਵਰਖਾ ਦੇ ਪਾਣੀ ਵਿੱਚ ਬੁਲਬੁਲੇ ਦੀ ਬਨਾਵਟ ਦੇਖੀਦੀ ਹੈ, ਇਉਂ ਪਦਾਰਥਾਂ ਦੇ ਮੂਹਰ ਵਰਖਾ ਪੈਣ ਕਰਕੇ ਸਰੀਰਾਂ ਰੂਪ ਬੁਲਬੁਲਿਆਂ ਦੀ ਰਚਨਾ ਦੇਖੀਦੀ ਹੈ। ਸੋ ਨਵੇਂ ਪਾਤਸ਼ਾਹ ਜੀ ਨੇ ਵੀ ਸਲੋਕਾਂ ਦੇ ਵਿੱਚ ਜੈਸੇ ਜਲ ਤੇ ਬੁਦਬੁਦਾ ਉਪਜਾ ਬਿਨਸੈ ਨੀਤ, ਇਹ ਉਦਾਹਰਨ ਦਿੱਤੀ ਬੁਲਬੁਲੇ ਦੀ। ਜਗ ਰਚਨਾ ਤੈਸੀ ਰਚੀ ਕਹੋ ਨਾਨਕ ਸੁਨਮੀਤ, ਜਗਤ ਦੀ ਰਚਨਾ ਬੁਲਬੁਲਿਆਂ ਦੀ ਤਰ੍ਹਾਂ ਰਚਨਾ ਕੀਤੀ ਹੈ, ਜੋ ਕਿ ਕਰਮਾਂ ਦੀ ਪੌਣ ਜਦ ਵਗਦੀ ਹੈ, ਉਸ ਸੰਬੰਧ ਕਰਕੇ ਜੀਵ ਸਰੀਰ ਧਾਰਦੇ ਨੇ। ਜਦੋਂ ਕਰਮ ਭੋਗੇ ਜਾਂਦੇ ਨੇ, ਸਰੀਰ ਸਮਾਪਤ ਹੋ ਜਾਂਦੇ ਹਨ। ਮਾਤਰ ਬੂੰਦ ਤੇ ਧਾਰ ਚੱਕ ਫੇਰ, ਜਿਵੇਂ ਘੁਮਿਆਰ ਚੱਕ ਨੂੰ ਘੁਮਾ ਕੇ ਬੂੰਦ ਮਾਤਰ ਪਾਣੀ ਛਿੜ ਛਿੜ ਕੇ ਮਿੱਟੀ ਤੋਂ ਭਾਂਡੇ ਬਣਾ ਦਿੰਦਾ ਹੈ। ਸਰਬ ਜੋਤ ਨਾਮੈ ਕੀ ਚੇਰ, ਸੋ ਪਰ ਸਾਰੀਆਂ ਜੋਤੀਆਂ ਜਿਹੜੀਆਂ ਨੇ
ਪਰਮਾਤਮਾ ਦੇ ਨਾਮ ਦੀਆਂ ਦਾਸੀਆਂ ਨੇ। ਜਿਵੇਂ ਮਿੱਟੀ ਤੋਂ ਭਾਂਡੇ ਬਣ ਜਾਂਦੇ ਨੇ, ਪਾਤਸ਼ਾਹ ਜੀ ਦਾ ਬਚਨ ਹੈ ਕਿ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਰ, ਨਾ ਕਛ ਪੋਛ ਮਾਟੀ ਕੇ ਭਾਂਡੇ, ਨਾ ਕਛ ਪੋਛ ਕੁੰਭਾਰ। ਇਉਂ ਮਿੱਟੀ ਤਾਂ ਪੰਜਾਂ ਤੱਤਾਂ ਦੀ ਇੱਕੋ ਹੀ ਹੈ। ਘੁਮਿਆਰ ਰੂਪ ਪਰਮਾਤਮਾ ਨੇ ਕਾਲ ਰੂਪੀ ਚੱਕਰ ਫੇਰ ਕੇ ਮਾਤਾ ਦੀ ਗਰਭ ਰੂਪ ਧਰਤੀ ਅੰਦਰ ਪਿਤਾ ਦੀ ਵੀਰਜ ਦੀ ਬੂੰਦ ਮਾਤਰ ਤੋਂ ਸਰੀਰ ਰਚ ਦਿੱਤਾ। ਔਰ ਅਨੇਕਾਂ ਹੀ ਲੋਕਾਂ ਦੇ ਸਰੀਰ ਬਣਾਏ ਇੱਕੋ ਹੀ ਬੂੰਦ ਤੋਂ। ਪਰ ਸਾਰੀਆਂ ਜੋਤੀਆਂ ਸ਼ਕਤੀਆਂ ਪਰਮਾਤਮਾ ਦੇ ਨਾਮ ਦੀਆਂ ਦਾਸੀਆਂ ਨੇ। ਜਿਸ ਪ੍ਰਭੂ ਦੀ ਸਾਰੇ ਸਰੀਰ ਅੰਦਰ ਜੋਤ ਪ੍ਰਕਾਸ਼ ਰਹੀ ਹੈ, ਉਸ ਦੇ ਨਾਮ ਦੀ ਦਾਸੀ ਬਣ। ਸਰਬ ਉਪਾਇ ਗੁਰੂ ਸਿਰ ਮੋਰਾ। ਅਸੀਂ ਪ੍ਰਭੂ ਅੱਗੇ ਇਉਂ ਬੇਨਤੀ ਕਰਦੇ ਹਾਂ ਕਿ ਹੇ ਪ੍ਰਭੂ, ਮੇਰੇ ਸਿਰ ਦੇ ਉੱਪਰ ਤੂੰ ਆਪ ਹੀ ਗੁਰੂ ਸਰੂਪ ਹੋ ਕੇ ਸਾਰੇ ਉਪਾਅ ਕਰਨ ਵਾਲਾ ਹੈ। ਭਗਤ ਕਰਾਓ ਪਗ ਲਾਗੋ ਤੋਰਾ। ਮੈਂ ਤੇਰੇ ਚਰਨਾਂ 'ਚ ਲਾ ਕੇ ਤੇਰੀ ਭਗਤੀ ਕਰਦਾ ਹਾਂ। ਨਾਮ ਰਤੋ ਚਾਹੋ ਤੁਝਿ ਔਰ। ਹੇ ਪ੍ਰਭੂ, ਮੈਂ ਤੇਰੇ ਨਾਮ 'ਚ ਰੰਗਿਆ ਹੋਇਆ ਤੇਰੀ ਹੀ ਤਰਫ ਚਾਹੁੰਦਾ ਹਾਂ। ਨਾਮ ਦੁਰਾਏ ਚੱਲੈ ਸੋ ਚੋਰ। ਜੋ ਤੇਰੇ ਨਾਮ ਵੱਲੋਂ ਚਿੱਤ ਨੂੰ ਲੁਕੋ ਕੇ ਚੁਰਾ ਕੇ ਚੱਲਦੇ ਨੇ, ਉਹ ਚੋਰ ਦੀ ਤਰ੍ਹਾਂ ਨੇ। ਜਿਉਂ ਚੋਰ ਜੂਨਾਂ ਵਿੱਚ ਚੱਲਦੇ ਹਨ। ਪਤ ਹੋਈ ਬਿਖ ਅੰਚਲ ਪਾ। ਜਿਨ੍ਹਾਂ ਨੇ ਆਪਣੇ ਹਿਰਦੇ ਰੂਪ ਪੱਲੇ ਵਿੱਚ ਵਿਸ਼ਿਆਂ ਦੀ ਵਾਸ਼ਨਾ ਬੌਣਾ ਕੀਤੀ ਹੈ, ਉਹਨਾਂ ਨੇ ਆਪਣੀ ਇੱਜ਼ਤ ਗਵਾ ਲਈ ਹੈ, ਖਵਾ ਲਈ ਹੈ ਵਿਕਾਰਾਂ ਹੱਥੋਂ। ਸਾਚ ਨਾਮ ਰਤੋ ਪਤ ਸਿਓ ਘਰ ਜਾ। ਜੋ ਪਰਮਾਤਮਾ ਦੇ ਸੱਚੇ ਨਾਮ 'ਚ ਰੰਗੇ ਹੋਏ ਨੇ, ਉਹ ਇੱਜ਼ਤ ਦੇ ਨਾਲ ਆਪਣੇ ਪਰਲੋਕ ਰੂਪ ਘਰ ਵਿੱਚ ਜਾਂਦੇ ਹਨ। ਜੋ ਕਿਛ ਕੀਨਸ ਪ੍ਰਭ ਰਜਾ। ਉਹ ਜਾਣਦੇ ਨੇ ਕਿ ਜੋ ਕੁਝ ਵੀ ਵਾਹਿਗੁਰੂ ਕਰਦਾ, ਉਹ ਪਰਮਾਤਮਾ ਆਪਣੀ ਆਗਿਆ ਵਿੱਚ ਹੀ ਕਰਦਾ ਹੈ। ਭੈ ਮਾਨੈ ਨਿਰਭਉ ਮੇਰੀ ਮਾਈ। ਇਹ ਮੇਰੀ ਮਾਂ ਮਹਾਤਮਾ ਰੂਪ ਸਖੀਓ, ਸੁਣ ਨਾ ਕਰੋ। ਜੋ ਪ੍ਰਭੂ ਦਾ ਡਰ ਮੰਨਦੇ ਨੇ, ਉਹ ਯਮਦੂਤ ਆਦਿਕ ਦੇ ਭੈ ਤੋਂ ਰਹਿਤ ਹੋ ਜਾਂਦੇ ਹਨ। ਕਾਮਨ ਚਾਹੈ ਸੁੰਦਰ ਭੋਗ। ਜਿਵੇਂ ਤੁਹਾਡੀਆਂ ਇਸਤਰੀਆਂ ਦਾ ਸੁਭਾਅ ਹੈ ਕਿ ਤੁਹਾਡੇ ਵਰਗੀਆਂ ਇਸਤਰੀਆਂ ਸੁੰਦਰ ਭੋਗ ਪਦਾਰਥਾਂ ਨੂੰ ਚਾਹੁੰਦੀਆਂ ਹਨ, ਤੁਸੀਂ ਵੀ ਚਾਹੁੰਦੀਆਂ ਹੋ। ਪਾਨ ਫੂਲ ਮਿੱਠੇ ਰਸ ਰੋਗ। ਫਿਰ ਪਾਨਾਂ ਦੀ ਪੀੜੇ ਚੱਬਦੀਆਂ, ਫੁੱਲਾਂ ਦੇ ਹਾਰ ਗਲ ਵਿੱਚ ਪਾਉਂਦੀਆਂ ਹੋ, ਮਿੱਠੇ ਮਿੱਠੇ ਰਸ ਖਾਣਾ ਕਰਦੀਆਂ ਹੋ। ਇਹ ਸਾਰੇ ਅੰਤ ਨੂੰ ਰੋਗ ਰੂਪ ਨੇ। ਸੋ ਸਾਰੇ ਹੀ ਭੋਗੰ ਸੋ ਰੋਗੰ, ਸਾਰੇ ਹੀ ਰੋਗ ਰੂਪ ਹਨ। ਸੋ ਨਾਮ ਸਾਰ ਕੀਏ ਰਸ ਭੋਗ। ਵਾਹਿਗੁਰੂ ਜੀ ਦੇ ਨਾਮ ਨੂੰ ਭੁਲਾ ਕੇ ਜੋ ਰਸ ਲੈਣਾ ਕੀਤੇ ਭੋਗ ਭੋਗੇ। ਇਹਨਾਂ ਕਰਤੂਤਾਂ ਕਾਲੀਆਂ ਕਰਕੇ ਹੀ ਤਾਂ ਸਰੀਰ ਸਾਡੇ ਬਰਬਾਦ ਹੋਏ ਨੇ। ਦੋ ਬਿਮਾਰੀਆਂ ਤੋਂ ਬੰਦਾ ਬਚ ਜਾਏ ਤਾਂ ਬੰਦਾ ਬੁੱਢਾ ਨਹੀਂ ਹੁੰਦਾ, ਕਿਤੇ ਡਿੱਗਦਾ ਨਹੀਂ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਇਹ ਦੋ ਬਿਮਾਰੀਆਂ ਸਰੀਰ ਨੂੰ ਗਾਲ ਸੁੱਟਦੀਆਂ ਨੇ। ਜੇ ਜਤੀ ਸਤੀ ਰਹੂਗਾ ਤਾਂ ਚੜ੍ਹਦੀ ਕਲਾ ਰਹੇਗੀ। ਦੋ ਬਿਮਾਰੀਆਂ ਆਉਣ ਦੇ ਨਾਲ ਹੀ ਸਰੀਰ ਡਿੱਗ ਪੈਂਦਾ, ਨਿਢਾਲ ਹੋ ਜਾਂਦਾ। ਸਾਰੀਆਂ ਬਿਮਾਰੀਆਂ ਆ ਕੇ ਘੇਰਾ ਕੱਤ ਕੇ ਖਲੋ ਜਾਂਦੀਆਂ ਨੇ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਜਰ ਸੁਹਾਗਾ ਢਲ ਹੈ। ਇਸ ਲਈ ਨਾਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਸਰੀਰ ਦੇ ਉੱਪਰ ਜਿਹੜੇ ਰੋਗ ਨੇ ਇਹ ਆਪਣੀਆਂ ਸੋ ਮਾੜੀਆਂ ਕਰਤੂਤਾਂ ਕਰਕੇ ਪੈਦਾ ਹੁੰਦੇ ਹਨ। ਲੈ ਬਿਗਸੈ ਤੇਤੋ ਸੂਗ। ਜੀਵ ਜਿਤਨਾ ਇਸਤਰੀਆਂ ਦੇ ਨਾਲ ਖੀਲਾ ਕਰੀੜਾ ਕਰਦਾ ਹੋਇਆ ਬਿਗਸੈ ਖੁਸ਼ ਹੁੰਦਾ ਹੈ, ਓਨਾ ਹੀ ਉਹਨੂੰ ਗਮ ਪ੍ਰਾਪਤ ਹੁੰਦਾ ਹੈ।
ਉਹ ਰੋਂਦਾ ਰਹਿੰਦਾ ਹੈ। ਉਹਨਾਂ ਇਸਤਰੀਆਂ ਦੇ ਵਿਜੋਗ ਕਰਕੇ ਸੋਗ ਦੇ ਸਹਿਤ ਰਹਿੰਦਾ ਹੈ। ਮੈਂ ਸੁਣਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਜੀ ਪਟਿਆਲੇ ਵਾਲੇ 250 ਰਾਣੀਆਂ ਸੀਗੀਆਂ, ਪਰ ਜਿਸ ਵਕਤ ਮੌਤ ਆਈ ਤਾਂ ਸਰੀਰ ਕੋੜੀ ਤੇ ਕਲੰਗੀ ਹੋ ਗਿਆ, ਬਿਮਾਰੀ ਗ੍ਰਸਤ, ਸਾਹ ਉੱਟ ਗਿਆ, ਨਾ ਅੰਦਰ ਨਾ ਬਾਹਰ, ਬੜਾ ਔਖਾ। ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੂੰ ਕਹਿੰਦੇ ਸੁਨੇਹਾ ਭੇਜਿਆ। ਤੋ ਇਸ ਤਰ੍ਹਾਂ ਉਹਨਾਂ ਦੇ ਜਿਹੜੇ ਉਸਤਾਦ ਬਾਬਾ ਮਾਹ ਹਰਨਾਮ ਸਿੰਘ ਜੀ ਪੁੱਚੋ ਵਾਲੇ, ਉਹਨਾਂ ਫਿਰ ਕਿਰਪਾ ਦੀ ਦ੍ਰਿਸ਼ਟੀ ਪਾਈ ਅਤੇ ਫਿਰ ਸਵਾਸ ਪੂਰੇ ਹੋਏ ਸਨ। ਇਸ ਲਈ ਇਹ ਅੰਤ ਨੂੰ ਰੋਗਾਂ ਦਾ ਕਾਰਨ ਹਨ। ਜਿੰਨਾ ਵੀ ਖੇਡਦਾ ਕਰੀੜਾ ਕਰਦਾ ਉਹਨਾਂ ਹੀ ਸੋਗ ਗਮ ਅਫਸੋਸ ਰਹਿੰਦਾ ਹੈ। ਪ੍ਰਭ ਸਰਨਾਗਤ ਕੀਨਸ ਹੋਗਾ। ਜੋ ਪ੍ਰਮਾਤਮਾ ਦੀ ਸ਼ਰਨ ਵਿੱਚ ਆਏ ਨੇ ਉਹ ਇਹ ਨਿਸ਼ਚਾ ਕਰਦੇ ਨੇ ਕਿ ਪ੍ਰਭੂ ਜੋ ਵੀ ਕੁਝ ਕਰਦਾ ਉਹੀ ਹੋਗ ਹੁੰਦਾ ਹੈ। ਇਸ ਲਈ ਮੁਸਲਮਾਨਾਂ ਦੇ ਵਿੱਚ ਤਾਂ ਭਾਵੇਂ ਜਿੰਨੇ ਮਰਜ਼ੀ ਕੋਈ ਨਿਕਾਹ ਪੜ੍ਹਾ ਲਵੇ ਉਹਨਾਂ 'ਚ ਚੱਲਦਾ ਹੈ, ਪਰ ਸਾਡੇ ਗੁਰਮਤਿ ਮਰਿਆਦਾ ਦੇ ਵਿੱਚ ਇਹ ਨਿਯਮ ਹੈ ਕਿ ਆਨੰਦ ਕਾਰਜ ਇੱਕ ਨਾਲ ਹੀ ਇਨਸਾਨ ਕਰਵਾ ਸਕਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ। ਇਸ ਲਈ ਉਹ ਵੀ ਗੁਰਮਤਿ ਦੇ ਮੁਤਾਬਕ। ਇਸ ਲਈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਨੇ, ਦੇਖ ਬਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਬਖਾਣੈ। ਕਾਪੜ ਪਹਿਰਸ ਅਦਕ ਸਿਗਾਰ। ਜੋ ਤੁਸੀਂ ਸੋਹਣੇ ਸੋਹਣੇ ਕੱਪੜੇ ਪਹਿਨਦੀਆਂ ਹੋ ਅਤੇ ਬਹੁਤ ਸ਼ਿੰਗਾਰ ਹਾਰ ਸ਼ਿੰਗਾਰ ਕਰਦੀਆਂ, ਜਿੰਨੇ ਬਾਜ਼ਾਰ ਨੇ ਉਹ ਸਾਰੇ ਬੀਬੀਆਂ ਦੇ ਕੱਪੜਿਆਂ ਦੇ ਨਾਲ ਹੀ ਅਤੇ ਹਾਰਾਂ ਸ਼ਿੰਗਾਰਾਂ ਦੇ ਸਮਾਨ ਨਾਲ ਹੀ ਭਰੇ ਹੋਏ ਹਨ। ਮਾਟੀ ਫੂਲੀ ਰੂਪ ਬਿਕਾਰ। ਇਹ ਤਾਂ ਜਵਾਨ ਅਵਸਥਾ ਰੂਪੀ ਸੂਰਜ ਚੜ੍ਹਨ ਕਰਕੇ ਦੇਹ ਰੂਪੀ ਮਿੱਟੀ ਫੁੱਲੀ ਹੋਈ ਹੈ। ਇਹ ਸੁੰਦਰ ਰੂਪ ਅੰਤ ਨੂੰ ਵਿਕਾਰ ਰੂਪ ਹੈ, ਬਦਲ ਜਾਣ ਵਾਲਾ ਹੈ। ਆਸਾ ਮਨਸਾ ਬੰਦੋ ਬਾਰ। ਪਦਾਰਥਾਂ ਦੀ ਆਸਾ ਅਤੇ ਵਿਸ਼ਿਆਂ ਦੀ ਵਾਸ਼ਨਾ ਵਾਲੇ ਪਰਮਾਤਮਾ ਦੇ ਦੁਆਰ ਵਿੱਚ ਬੱਝੇ ਜਾਂਦੇ ਹਨ। ਨਾਮ ਬਿਨਾ ਸੁਨਾ ਘਰ ਬਾਰ। ਪਰਮਾਤਮਾ ਦੇ ਨਾਮ ਤੋਂ ਬਿਨਾ ਹਿਰਦਾ ਰੂਪੀ ਘਰ ਅਤੇ ਬਾਰ ਦਰਵਾਜ਼ਾ ਮੁੱਖ ਖਾਲੀ ਹੀ ਰਹਿ ਜਾਂਦਾ ਹੈ। ਗਾਛਹੁ ਪੁੱਤਰੀ ਰਾਜਕੁਮਾਰ। ਹੇ ਰਾਜਕੁਮਾਰੀਓ, ਰਾਜਦਾਸੀਓ ਅਤੇ ਸਾਡੀਓ ਪੁੱਤਰੀਓ ਧੀਓ। ਇੱਥੇ ਮਹਾਰਾਜ ਨੇ ਜੋ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਵਾਲੇ ਅਸੂਲ ਨੂੰ ਅਪਣਾਉਂਦਿਆਂ ਹੋਇਆਂ ਧੀਓ ਅੱਖਰ ਵਰਤਿਆ ਹੈ। ਤੁਸੀਂ ਇੱਥੋਂ ਗਾਸ਼ੋ ਚਲੀਆਂ ਜਾਵੋ। ਨਾਮ ਪੜ੍ਹੋ ਸੱਚ ਦੂਤ ਸਵਾਰ। ਅਤੇ ਦੂਤ ਅੰਮ੍ਰਿਤ ਵੇਲੇ ਨੂੰ ਸਵਾਰ ਕੇ ਸੰਭਾਲ ਕੇ ਸੱਚੇ ਪਰਮਾਤਮਾ ਦਾ ਨਾਮ ਪੜ੍ਹੋ, ਉਚਾਰਨ ਕਰੋ, ਜਾਂ 2 ਦਿਨ ਚੜ੍ਹਦੇ ਤੋਂ ਹੀ ਸੱਚੇ ਪ੍ਰਭੂ ਦਾ ਨਾਮ ਉਚਾਰਨ ਕਰੋ। ਇਉਂ ਤੁਸੀਂ ਆਪਣੇ ਜੀਵਨ ਨੂੰ ਸੰਵਾਰ ਲਵੋਗੀਆਂ। ਜੇ ਨਾਮ ਉਚਾਰਨ ਕਰੋਗੀਆਂ ਤਦੋਂ ਸੱਚੀ ਦਾ ਪ੍ਰੋ ਗਿਆਨ ਰੂਪੀ ਦਿਨ ਉਦੇ ਹੋ ਜਾਵੇਗਾ ਅਤੇ ਤੁਹਾਡਾ ਜੀਵਨ ਸਫਲ ਹੋ ਜਾਵੇਗਾ। ਨਾਮ ਜਪੋ ਅਤੇ ਸੱਚੀ ਸ਼ੁਭ ਗੁਣਾਂ ਦੀ ਸੁੰਦਰਤਾ ਦੇ ਨਾਲ ਆਪਾ ਸਵਾਰਨਾ ਕਰੋ। ਜਦੋਂ ਸੁਸਤੀ ਪੈਂਦੀ ਹੈ, ਸਰੀਰ ਨਟਾਲ ਹੁੰਦਾ, ਤਾਂ ਸਮਝ ਲਓ ਕਿ ਇਨਸਾਨ ਦੇ ਵਿੱਚ ਕਮੀ ਹੈ। ਉਹਨੇ ਆ ਗੁਰੂ ਨਾਨਕ ਸਾਹਿਬ ਦੇ ਬਚਨ ਨੂੰ ਨਹੀਂ ਮੰਨਿਆ। ਪ੍ਰਯੋ ਸੇਵਾ ਹੋ ਪ੍ਰਭ ਪ੍ਰੇਮ ਆਧਾਰ। ਜਾਓ ਮੇਰੇ ਧੀਓ, ਆਪਣੀਆਂ ਪਤੀਆਂ ਦੀ ਸੇਵਾ ਕਰੋ, ਜਾ ਕੇ ਆਪਣੇ ਜੋ ਤੁਹਾਡੇ ਪਤੀ ਨੇ ਉਹਨਾਂ ਦੀ ਸੇਵਾ ਕਰੋ ਅਤੇ ਹਿਰਦੇ ਵਿੱਚ ਪਰਮਾਤਮਾ ਦੇ ਪ੍ਰੇਮ ਦਾ ਆਸਰਾ ਲਵੋ। ਜਾਂ ਸਭ ਦੀ ਆਸਰਾ ਰੂਪ ਪ੍ਰਭੂ ਪਤੀ ਨੂੰ ਪ੍ਰੇਮ ਨਾਲ ਸੇਵਨਾ ਕਰੋ। ਗੁਰ ਸਾਬਦੀ ਬਿਖ ਤਿਆਸ ਨਿਵਾਰ। ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜ਼ਹਿਰ ਵਿਸ਼ਿਆਂ ਦੀ ਤ੍ਰੇਹ ਨੂੰ ਦੂਰ ਕਰ ਦੇਵੋ।
ਮੋਹਨ ਮੋਹਿ ਲਿਆ ਮਨ ਮੋਹਿ। ਸਤਿਗੁਰਾਂ ਦੇ ਐਸੇ ਬਚਨ ਸੁਣ ਕਰਕੇ ਉਹਨਾਂ ਨੂੰ ਆਪਣੇ ਜੀਵਨ ਉੱਪਰ ਬਹੁਤ ਸ਼ਰਮ ਆਈ ਅਤੇ ਸਤਿਗੁਰਾਂ ਤੋਂ ਮੁਆਫੀ ਮੰਗੀ। ਫਿਰ ਉਹਨਾਂ ਨੇ ਬੇਨਤੀ ਕੀਤੀ ਕਿ ਹੇ ਮਹਾਰਾਜ, ਸਾਡੇ ਸਰੂਪ ਨੂੰ ਦੇਖ ਕੇ ਤੁਹਾਡੇ ਤੋਂ ਪਹਿਲਾਂ ਆਉਣ ਵਾਲੇ ਸਾਰੇ ਹੀ ਮੋਹਿਤ ਹੋ ਗਏ ਸਨ, ਤੁਸੀਂ ਸਾਨੂੰ ਵੇਖ ਕੇ ਮੋਹਿਤ ਕਿਉਂ ਨਹੀਂ ਹੋਏ? ਤਦੋਂ ਸਤਿਗੁਰਾਂ ਨੇ ਕਿਹਾ ਕਿ ਸੰਸਾਰ ਦੀ ਰੀਤੀ ਹੋਈ ਚੱਲੀ ਆਉਂਦੀ ਹੈ ਕਿ ਇੱਕ ਇਸਤਰੀ ਦੂਜੀ ਇਸਤਰੀ ਨੂੰ ਆਪਣੇ ਸਰੂਪ 'ਤੇ ਮੋਹਿਤ ਨਹੀਂ ਕਰ ਸਕਦੀ। ਮੈਂ ਵੀ ਤਾਂ ਇੱਕ ਅਕਾਲ ਪੁਰਖ ਦੀ ਇਸਤਰੀ ਹੋਈ ਹਾਂ। ਜਨਾਨੀ ਅਤੇ ਜਨਾਨੀ ਡੋਰੇ ਨਹੀਂ ਪਾ ਸਕਦੀ, ਬੰਦੇ 'ਤੇ ਸੁੱਟ ਸਕਦੀ ਹੈ। ਇਉਂ ਮੋਹਨ ਮੋਹਿ ਲਿਆ ਮਨ ਮੋਹਿ। ਮੋਹਿਤ ਕਰਨ ਵਾਲੇ ਪਰਮਾਤਮਾ ਨੇ ਤਾਂ ਮੇਰਾ ਮਨ ਪਹਿਲਾਂ ਹੀ ਆਪਣੇ 'ਤੇ ਮੋਹਿਤ ਕਰ ਲਿਆ। ਗੁਰ ਕਾ ਸ਼ਬਦ ਪਛਾਨਾ ਤੋਹਿ। ਅਤੇ ਉਸ ਗੁਰੂ ਅਕਾਲ ਪੁਰਖ ਦੇ ਉਪਦੇਸ਼ ਕਰਕੇ ਮੈਂ ਤੁਹਾਨੂੰ ਪਹਿਚਾਨਣਾ ਕੀਤਾ ਹੈ, ਤੁਹਾਨੂੰ ਪਹਿਚਾਨ ਲਿਆ। ਭਾਵ ਤੁਹਾਡਾ ਰੂਪ ਨਾਸ਼ਵੰਤ ਹੈ। ਇਹ ਸਾਰਾ ਤਨ ਗੰਦਗੀ ਦੇ ਨਾਲ ਭਰਿਆ ਹੋਇਆ, ਅੱਖਾਂ 'ਚੋਂ ਗਿੱਡ ਵਗਦੀ ਹੈ, ਕੰਨਾਂ 'ਚ ਮੈਲ, ਨੱਕ 'ਚ ਸੀਂਡ। ਇਸ ਲਈ ਤੁਹਾਡੇ ਨਾਲ ਕੀ ਮੋਹ ਕਰਨਾ ਸਰੀਰ ਨਾਲ? ਜਾਂ ਹੇ ਪ੍ਰਭੂ, ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਤੁਹਾਨੂੰ ਸੱਚ ਚਿਤ ਆਨੰਦ ਸਰੂਪ ਪਹਿਚਾਨਣਾ ਕੀਤਾ ਹੈ। ਫਿਰ ਉਹਨਾਂ ਪਦਮਣੀਆਂ ਨੇ ਬੇਨਤੀ ਕੀਤੀ ਕਿ ਹੇ ਮਹਾਰਾਜ, ਸਾਨੂੰ ਬਖਸ਼ ਲਵੋ। ਤਦੋਂ ਸਤਿਗੁਰੂ ਜੀ ਪ੍ਰਭੂ ਦੇ ਸਨਮੁਖ ਬੇਨਤੀ ਪੂਰਵਕ ਉਚਾਰਨ ਕਰਦੇ ਨੇ। ਨਾਨਕ ਠਾਡੇ ਚਾਹੈ ਪ੍ਰਭੂ ਦੁਆਰ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਹੇ ਪ੍ਰਭੂ, ਅਸੀਂ ਸਭ ਜੀਵ ਤੇਰੇ ਸਤਸੰਗਤ ਰੂਪ ਦਰ 'ਤੇ ਖੜ੍ਹੇ ਹੋਏ ਆਪਣੇ ਆਪ ਨੂੰ ਬਖਸ਼ਾਉਣਾ ਕਰਦੇ ਆ, ਤੇਰਾ ਦਰਸ਼ਨ ਚਾਹੁੰਦੇ ਆ, ਤੇਰੇ ਨਾਮ ਕਰਕੇ। ਤੇਰੇ ਨਾਮ ਸੰਤੋਖੇ ਕਿਰਪਾ ਧਾਰ। ਭਗਤ ਜਨਾਂ ਦੇ ਚਿੱਤ ਸੰਦੋਖ ਦੇ ਸਹਿਤ ਹੋਏ ਨੇ, ਤੂੰ ਸਾਡੇ ਉੱਪਰ ਵੀ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰ। ਇਹ ਉਪਦੇਸ਼ ਸੁਣ ਕੇ ਉਹਨਾਂ ਪਦਮਣੀਆਂ ਦੀ ਸਾਰੀ ਮੰਦ ਵਾਸ਼ਨਾ ਨਿਵਰਤ ਹੋ ਗਈ ਅਤੇ ਉਹਨਾਂ ਨੇ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਅਸੀਂ ਇਹ ਕੰਮ ਕਦੀ ਨਹੀਂ ਕਰਾਂਗੀਆਂ, ਆਪਣੇ ਪਤੀ ਵਰਤਾ ਧਰਮ 'ਚ ਪ੍ਰਪੱਕ ਰਹਾਂਗੀਆਂ। ਇਉਂ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕਰਕੇ ਰਾਜੇ ਸ਼ਿਵਨਾਭ ਕੋਲ ਗਈਆਂ ਅਤੇ ਜਾ ਕੇ ਕਿਹਾ ਕਿ ਪੂਰਨ ਪੁਰਖ ਮਹਾਂਪੁਰਖ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਹਨ, ਤੁਸੀਂ ਜਾ ਕੇ ਉਹਨਾਂ ਦੀ ਸ਼ਰਨ 'ਚ ਪੈਣਾ ਕਰੋ। ਇਤਨੇ ਬਚਨ ਸੁਣ ਕੇ ਰਾਜਾ ਸ਼ਿਵਨਾਭ ਸਤਿਗੁਰਾਂ ਦੀ ਦਰਸ਼ਨ ਕਰਨ ਚੱਲ ਪਿਆ। ਉਸ ਬਾਗ ਵਿੱਚ ਇੱਕ ਛੋਟਾ ਜਿਹਾ ਮੰਦਰ ਮਕਾਨ ਬਣਿਆ ਹੋਇਆ ਸੀ। ਸਤਿਗੁਰੂ ਜੀ ਰਾਜੇ ਨੂੰ ਆਉਂਦਾ ਵੇਖ ਕੇ ਉਸ ਮੰਦਰ 'ਚ ਦਾਖਲ ਹੋ ਗਏ ਅਤੇ ਦਰਵਾਜ਼ਾ ਕਰ ਲਿਆ ਬੰਦ ਵੀ ਪੁੱਤ, ਹੁਣ ਮੇਰੀ ਵਾਰੀ ਹੈ, ਤੂੰ ਹੁਣ ਸਿੱਧਾ ਹੋ ਜਾ, ਤੇਰੀ ਵਾਰੀ ਖਤਮ ਹੋਈ। ਤੂੰ ਆਪ ਦਾ ਸਾਰਾ ਜ਼ੋਰ ਲਾ ਲਿਆ, ਕਿਸੇ ਮਹਾਂਪੁਰਖ ਕੋਲ ਕੋਈ ਜਨਾਨੀ ਭੇਜਣੀ, ਉਹਦੀ ਬੇਦਬੀ ਹੈ, ਪਰਖ ਕਰਨੀ ਕਿਸੇ ਦੀ। ਗੁਰੂ ਨਾਨਕ ਸਾਹਿਬ ਦੀ ਬੇਦਬੀ ਕੀਤੀ ਨਾ ਰਾਜੇ ਨੇ। ਚੱਲ ਪੁੱਤ, ਹੁਣ ਤੇਰੀ ਮੈਂ ਪਰਖ ਕਰਨਾ। ਦਰਵਾਜ਼ਾ ਕਰ ਲਿਆ ਬੰਦ। ਉਸ ਵੇਲੇ ਰਾਜੇ ਨੇ ਸਤਿਗੁਰਾਂ ਪਾਸੋਂ ਬੇਨਤੀਆਂ ਕੀਤੀਆਂ, ਫਿਰ ਦਰਸ਼ਨ ਪ੍ਰਾਪਤ ਕੀਤਾ। ਉਹ ਸ਼ਬਦ ਪਿੱਛੇ ਮਾਰੂ ਰਾਗ ਦੇ ਉੱਪਰ, ਮਾਰੂ ਰਾਗ ਦੇ ਅੰਦਰ 992 ਅੰਗ ਦੇ ਉੱਪਰ ਆ ਚੁੱਕਾ ਹੈ। ਸੋ ਅੱਗੇ ਹੁਣ ਇੱਥੋਂ ਅਗਲਾ ਸ਼ਬਦ ਨਵੇਂ ਪ੍ਰਕਰਨ ਦਾ ਚੇਂਜ ਹੋ ਰਿਹਾ। ਸਤਿਗੁਰੂ ਮਹਾਰਾਜ ਪਹਿਲੇ ਪਾਤਸ਼ਾਹ ਦੀ ਉਹੀ ਬਾਣੀ ਹੈ, ਪਰ ਨਵਾਂ ਪ੍ਰਕਰਨ ਆਰੰਭ ਹੋ ਰਿਹਾ। ਪਿਆਰ ਨਾਲ ਸੁਣੋ ਜੀ। ਰਾਜਾ ਸ਼ਿਵਨਾਭ ਦੀ ਸਾਖੀ ਇੱਥੇ ਸਮਾਪਤ ਹੁੰਦੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਬਸੰਤ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਬਸੰਤ ਰਾਗ ਵਿੱਚ ਇਹ ਪਾਵਨ ਸ਼ਬਦ ਉਚਾਰ ਰਹੇ ਨੇ। ਮਨ ਭੁੱਲੋ ਭਰਮਸ ਆਈ ਜਾਏ। ਹੇ ਭਾਈ, ਇਹ ਮਨ ਆਪਣੇ ਸਰੂਪ ਤੋਂ ਭੁੱਲਾ ਹੋਇਆ ਭਰਮ ਦਾ ਰਹਿੰਦਾ ਹੈ ਅਤੇ ਸੰਕਲਪਾਂ ਵਿਕਲਪਾਂ ਵਿੱਚ
ਆਉਂਦਾ ਜਾਂਦਾ ਰਹਿੰਦਾ ਹੈ। ਅਤ ਲੁਬਦ ਲੁਬਾਂਦਾਓ ਬਿਖਮ ਮਾਈ। ਬਹੁਤ ਹੀ ਕਠਿਨ ਮਾਇਆ ਵਿੱਚ ਲਾਲਚੀ ਹੋ ਕੇ ਸ਼ਿਕਾਰੀ ਵਾਂਗ ਲੁਭਾਈ ਮਨ ਹੋ ਰਿਹਾ ਹੈ। ਨਹਿ ਅਸਥਿਰ ਦੀਸੈ ਏਕ ਭਾਈ। ਇਹ ਮਾਇਆ ਇੱਕ ਰਸ ਅਸਥਿਤ ਨਹੀਂ ਦਿਖਦੀ ਹੈ। ਜਿਉ ਮੀਨ ਕੁੰਡਲੀਆ ਕੰਠ ਪਾਈ। ਜਿਵੇਂ ਮੱਛੀ ਕੁੰਡੀ 'ਚ ਆਪਣੇ ਗਲੇ ਵਿੱਚ ਪਾ ਲੈਂਦੀ ਹੈ, ਤੇ ਉਹ ਜੀਵ ਰੂ ਮੱਛੀ ਨੇ ਮੂੰਹ ਰੂਪ ਕੁੰਡੀ ਨੂੰ ਆਪਣੇ ਹਿਰਦੇ ਰੂਪ ਕੰਠ ਦੇ ਵਿੱਚ ਪਾਇਆ ਹੋਇਆ ਹੈ। ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸ ਗਾਹੋ। ਅਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾਹੋ। ਮਨ ਭੂਲਾ ਸਮਝਸ ਸਾਚ ਨਾਇ। ਆਪਣੇ ਸਰੂਪ ਤੋਂ ਭੁੱਲਿਆ ਹੋਇਆ ਇਹ ਮਨ ਸੱਚੇ ਨਾਮ ਕਰਕੇ ਹੀ ਸਮਝ ਸਕਦਾ ਹੈ। ਗੁਰ ਸ਼ਬਦ ਵਿਚਾਰੇ ਸਹਿਜ ਪਾਈ। ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਨ ਨਾਲ ਸ਼ਾਂਤੀ ਸੁਭਾਅ ਪ੍ਰਾਪਤ ਹੋ ਜਾਂਦਾ, ਜਾਂ ਸੁਦੇਸੇ ਦੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਰਹਾ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਮਨ ਭੂਲਾ ਪਰਮਸ ਭਵਰ ਤਾਰ। ਇਹ ਮਨ ਆਪਣੇ ਸਰੂਪ ਤੋਂ ਭੁੱਲਾ ਹੋਇਆ ਭੌਰੇ ਦੀ ਤਰ੍ਹਾਂ ਭੌਰੇ ਵਾਂਗ ਵਿਸ਼ਿਆਂ ਦੀ ਸੁਗੰਧੀ ਵਾਸਤੇ ਭਰਮਦਾ ਰਹਿੰਦਾ ਹੈ। ਜਿਵੇਂ ਜਲ ਜੁਲਾਹਾ ਲੰਮੀਆਂ ਲੱਤਾਂ 'ਤੇ ਮੱਖੀ ਦੇ ਵਰਗਾ ਕੀੜਾ ਪਾਣੀ ਦੀ ਘੁੰਮਣ ਘੇਰੀ ਦੇ ਉੱਪਰ ਆਲੇ ਦੁਆਲੇ ਘੁੰਮਦਾ ਰਹਿੰਦਾ, ਇਸੇ ਪ੍ਰਕਾਰ ਇਹ ਮਨ ਰੂਪ ਜਲ ਜੁਲਾਹਾ ਮਾਇਆ ਦੀ ਵਾਸ਼ਨਾ ਰੂਪ ਘੁੰਮਣ ਘੇਰੀ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ। ਬਿਲ ਬਿਰਥੇ ਚਾਹੈ ਬਹੁ ਬੇਕਾਰ। ਸਰੀਰ ਰੂਪ ਖੁੱਡ 'ਚ ਬੈਠਾ ਹੋਇਆ ਅੰਤःਕਰਨ ਵਿਅਰਥ ਹੀ ਬਹੁਤੇ ਵਿਕਾਰਾਂ ਨੂੰ ਭੋਗਣਾ ਚਾਹੁੰਦਾ ਹੈ। ਜਾਂ ਬਿਲ ਖੁੱਡ ਭਾਵ ਗੋਲਕਾਂ ਸਮੇਤ ਇੰਦਰੀ ਵਿਅਰਥ ਨੇ ਜੋ ਬਹੁਤੇ ਵਿਕਾਰਾਂ ਨੂੰ ਚਾਹੁੰਦੇ ਹਨ। ਮੈਗਲ ਜੋ ਫਾਸਸ ਕਾਮਨਹਾਰ। ਮੈਗਲ ਜੋ ਫਾਸਸ ਕਾਮਹਾਰ। ਜਿਵੇਂ ਕਾਮੀ ਹਾਥੀ ਕਲਬੂਤ ਦੀ ਹਸਤਨੀ ਵੇਖ ਕੇ ਉਸ ਨਾਲ ਸਪਰਸ਼ ਕਰਨ ਲਈ ਟੋਏ ਵਿੱਚ ਡਿੱਗ ਕੇ ਫਸ ਜਾਂਦਾ ਹੈ, ਫਿਰ ਉਸ ਨੂੰ ਕਾੜ ਬੰਧਨ ਬਾਧਿਓ ਸੀਸ ਮਾਰ। ਉਹ ਕੜ ਕੱਸ ਕੇ ਉਹਨੂੰ ਸੰਗਲਾਂ ਦੇ ਬੰਧਨਾਂ ਨਾਲ ਬੰਨ੍ਹ ਦਿੰਦੇ ਨੇ ਅਤੇ ਉਹਦੇ ਸਿਰ ਉੱਪਰ ਕੁੰਡੇ ਦੀ ਮਾਰ ਪੈਂਦੀ ਹੈ। ਮਤਲਬ ਹਾਥੀ ਨੂੰ ਫੜਨ ਲਈ ਇੱਕ ਧਰਤੀ ਵਿੱਚ ਡੂੰਘਾ ਟੋਆ ਪੁੱਟ ਕੇ ਉਹਦੇ 'ਤੇ ਕਾਨਿਆਂ ਦੀ ਛੱਤ ਪਾ ਕੇ ਉੱਪਰ ਕਾਗਜ਼ ਦੀ ਹਥਨੀ ਬਣਾ ਕੇ ਖੜੀ ਕਰ ਦਿੰਦੇ ਨੇ। ਜਦ ਹਾਥੀ ਉਸ ਨਾਲ ਸਪਰਸ਼ ਕਰਨ ਲਈ ਆਉਂਦਾ ਹੈ ਤਾਂ ਟੋਏ ਵਿੱਚ ਡਿੱਗ ਪੈਂਦਾ ਹੈ। ਮਾਰ ਮਾਰ ਕੇ ਭੁੱਖਾ ਰੱਖ ਕੇ ਆਪਦੀ ਬੋਲੀ ਉਹਨੂੰ ਸਿਖਾ ਕੇ ਸਰਕਸਾਂ ਵਾਲੇ ਜਿਹੜੇ ਲੋਕ ਨੇ ਉਹ ਲਾਲਚੀ ਨੂੰ ਕੱਢ ਲੈਂਦੇ ਨੇ। ਫਿਰ ਸਾਰੀ ਉਮਰ ਦੀ ਗੁਲਾਮੀ ਉਹਦੇ ਗਲ ਪੈ ਜਾਂਦੀ ਹੈ, ਕੁੰਡਿਆਂ ਦੀ ਮਾਰ ਖਾਂਦਾ। ਇੰਝ ਹਾਥੀ ਦੀ ਤਰ੍ਹਾਂ ਕਾਮੀ ਮਨੁੱਖ ਇਸਤਰੀ ਦਾ ਸਰੂਪ ਵੇਖ ਕੇ ਉਸ ਨਾਲ ਸਪਰਸ਼ ਹੋਣ ਵਾਸਤੇ ਮੋਹ ਰੂਪ ਟੋਏ ਵਿੱਚ ਇਹੋ ਜਿਹਾ ਡਿੱਗ ਪੈਂਦਾ ਹੈ ਕਿ ਮੁੜ ਕੇ ਇਸ ਘੁੰਮਣ ਘੇਰੀ ਗ੍ਰਸਤ ਦੀ ਜਿਲਣ ਵਿੱਚੋਂ ਨਿਕਲ ਨਹੀਂ ਸਕਦਾ। ਜਿਵੇਂ ਅਜ ਅਮਲ ਪਾਪੀ ਜਗ ਜਾਣੇ ਨਿਮਕ ਮਾਹੀ ਨਿਸਤਾਰਾ। ਉਹਨੂੰ ਤਾਂ ਸੰਤਾਂ ਦੀ ਸੰਗਤ ਹੋ ਗਈ, ਪਰ ਹਰੇਕ ਨੂੰ ਥੋੜ੍ਹਾ ਹੋਊਗੀ। ਉਹ ਵੇਸ਼ਵਾਗਾਮੀ ਹੋ ਗਿਆ ਸੀਗਾ, 7 ਪੁੱਤਰ ਪੈਦਾ ਕੀਤੇ। ਇਉਂ ਜਿਹੜਾ ਜੀਵ ਹੈ ਉਹ ਸਾਰੀ ਉਮਰ ਡਿੱਗ ਕੇ ਗੁਲਾਮ ਬਣ ਜਾਂਦਾ ਵਿਕਾਰਾਂ ਦਾ। ਮਨ ਮੁਗਦਾ ਦਾਦਰ ਭਗਤਹੀਨ। ਜੋ ਰਾਗ ਦਵੈਖ ਰੂਪ ਸੰਗਲਾਂ ਦੇ ਬੰਧਨ ਨਾਲ ਕੱਸ ਕੇ ਬੱਝਾ ਹੋਇਆ ਸਿਰ ਉੱਪਰ ਤਰਕਾਂ ਰੂਪੀ ਜਮਾਂ ਦੀ ਡੰਡ ਰੂਪੀ ਖੁੰਡੇ ਦੀ ਮਾਰ ਸਹਾਰਦਾ ਹੈ। ਪਰਮਾਤਮਾ ਦੀ ਭਗਤੀ ਤੋਂ ਰਹਿਤ ਮਨ ਡੱਡੂ ਦੀ ਤਰ੍ਹਾਂ ਮੂਰਖ ਹੈ, ਜੋ ਵਿਸ਼ਿਆਂ ਰੂਪ ਚਿੱਕੜ ਵਿੱਚ ਹੀ ਟਪੂਸੀਆਂ ਮਾਰਦਾ ਰਹਿੰਦਾ, ਜਾਂ ਮੋਹ ਰੂਪੀ ਚਿੱਕੜ 'ਚ ਫਸਿਆ ਹੋਇਆ ਵਿਸ਼ਿਆਂ ਰੂਪ
ਜਾਲਾ ਖਾਂਦਾ ਰਹਿੰਦਾ ਹੈ। ਦਰ ਭ੍ਰਸ਼ਟ ਸਰਾਪੀ ਨਾਮ ਬੀਨ। ਪਰਮਾਤਮਾ ਦੇ ਨਾਮ ਤੋਂ ਰਹਿਤ ਹੋਣ ਕਰਕੇ ਸਰਾਪੀ ਹੋਏ ਬੁੱਧ ਵਾਲਾ ਜੀਵ ਪ੍ਰਭੂ ਦੇ ਦਰ ਵੱਲੋਂ ਭ੍ਰਸ਼ਟ ਡਿੱਗਿਆ ਹੋਇਆ ਹੈ। ਆਕੈ ਜਾਤ ਨਾ ਪਾਤੀ ਨਾਮ ਲੀਨ। ਜੋ ਪਰਮਾਤਮਾ ਦੇ ਨਾਮ 'ਚ ਲੀਨ ਹੋਏ ਨੇ ਉਹਨਾਂ ਦੇ ਪਾਸੋਂ ਕੋਈ ਜਾਤ ਪਾਤ ਨਹੀਂ ਪੁੱਛੀ ਜਾਂਦੀ। ਜਾਣੋ ਜੋਤ ਨਾ ਪੁੱਛੋ ਜਾਤੀ। ਭਾਈ ਮਰਦਾਨਾ ਜੀ ਨੂੰ ਕਾਨਪੁਰ ਦੀ ਨਦੀ 'ਤੇ ਦਿੱਲੀ ਦੇ ਨਜ਼ਦੀਕ ਕਿਸੇ ਤਰਕ ਮਾਰੀ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਤੁਸੀਂ ਖੱਤਰੀ ਜਾਤ ਦੇ ਬੇਦੀ ਬੰਸ ਵਿੱਚ ਪ੍ਰਗਟ ਹੋਏ, ਤੁਹਾਨੂੰ ਹੋਰ ਨਹੀਂ ਪਿੰਡ 'ਚੋਂ ਕੋਈ ਲੱਭਾ? ਮਰਾਸੀ ਲੱਭਾ? ਨਾ ਮੂੰਹ ਨਾ ਮੱਥਾ, ਨਾ ਜਾਤ ਨਾ ਬਾਤ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰਮੁਖਾ, ਇਹ ਮਰਾਸੀ ਨਹੀਂ ਹੋ, ਮੁਸਲਮਾਨ ਨਹੀਂ ਹੋ, ਇਹ ਤਾਂ ਬ੍ਰਾਹਮਣ ਹੈ। ਉਹ ਤਾਂ ਪਰਮਾਤਮਾ ਦੀ ਕੁਦਰਤ ਹੈ, ਉਹਨੇ ਜਿਸ ਕੁਲ 'ਚ ਜਨਮ ਦਿੱਤਾ ਲੈਣਾ ਹੀ ਪਊਗਾ। ਕਰਮਾਂ ਦੀ ਖੇਡ ਹੁੰਦੀ ਹੈ, ਕੋਈ ਨਾ ਕੋਈ ਘਾਟਾ ਵਾਧਾ ਹੋ ਜਾਂਦਾ, ਗਲਤੀ ਇਨਸਾਨ ਦੇ ਕੋਲੋਂ ਹੋ ਜਾਂਦੀ ਹੈ ਬਦੋ ਬਦੀ। ਫਿਰ ਮਹਾਰਾਜ ਨੇ ਸਾਖੀ ਸੁਣਾਈ ਕਿ ਜਪੀ ਤਪੀ ਬ੍ਰਾਹਮਣ ਸੀਗਾ, ਨਿਤ ਅਰਦਾਸਾਂ ਕਰਦਾ ਹੁੰਦਾ ਸੀ ਕਿ ਮੈਨੂੰ ਵਾਹਿਗੁਰੂ ਜੀ ਦੀ ਸੰਗਤ ਮਿਲੇ। ਜਿਸ ਵਕਤ ਸਵਾਸ ਪੂਰੇ ਹੋਣ ਲੱਗੇ ਤਾਂ ਹੈਜ਼ਾ ਹੋ ਗਿਆ, ਨਮੂਨੀਆ ਹੋ ਗਿਆ, ਠੰਡ ਦੇ ਨਾਲ ਉਲਟੀਆਂ ਟੱਟੀਆਂ, ਬੁਖਾਰ ਆਦਿਕ। ਅਤੇ ਉਦੋਂ ਹੌਸਪੀਟਲ ਤਾਂ ਹੁੰਦੇ ਨਹੀਂ ਸਨ। 10-10 ਪਿੰਡਾਂ ਦੇ ਵਿੱਚ ਮਸਾਂ ਕਿਤੇ ਇੱਕ ਅੱਧਾ ਵੈਦ ਹੋਣਾ। ਅੱਧੀ ਰਾਤ ਦਾ ਟਾਈਮ, ਕੋਈ ਨਾ ਮੋਟਰ ਨਾ ਗੱਡੀ ਨਾ ਸਾਈਕਲ ਨਾ ਸਕੂਟਰ, ਤੁਰ ਕੇ ਬੰਦੇ ਜਾਂਦੇ ਹੁੰਦੇ ਸੀ। ਸੋਚਿਆ ਵੀ ਮਹਾਤਮਾ ਨੂੰ ਹੁਣ ਅੱਧੀ ਰਾਤ 12 ਵਜੇ ਸਰਦੀਆਂ ਦੇ ਦਿਨ ਨਹੀਂ ਲਿਜਾਈਏ ਕਿੱਥੇ, ਦਿਨ ਚੜੂਗਾ ਫਿਰ ਵੇਖੀ ਜਾਊਗੀ, ਆ ਰਾਤ ਤਾਂ ਕੱਟੀਏ। ਉਹਨਾਂ ਨੂੰ ਹੋਰ ਤਾਂ ਕੁਛ ਸੁਝਿਆ ਨਾ। ਉੱਥੇ ਬਰਾਂਡੀ ਪਈ ਹੋਈ ਸੀਗੀ। ਪੁਰਾਣੀਆਂ ਮਾਈਆਂ ਜਦ ਬੱਚਿਆਂ ਨੂੰ ਮਾੜਾ ਮੋਟਾ ਖੰਘ ਜ਼ੁਕਾਮ ਹੋਵੇ ਤਾਂ ਉਹ ਚਮਚਾ ਭਰ ਕੇ ਬਰਾਂਡੀ ਦਾ ਦਿੰਦੀਆਂ। ਮੈਨੂੰ ਪਹਿਲਾਂ ਪਤਾ ਨਹੀਂ ਸੀ ਹੁੰਦਾ, ਜਦ ਪਤਾ ਲੱਗਾ ਮੈਂ ਕਿਹਾ ਵੀ ਆਪਾਂ ਤਾਂ ਨਹੀਂ ਇਹਦੇ ਲਾਗੋਂ ਦੀ ਲੰਘਣਾ, ਉਹ ਸ਼ਰਾਬ ਹੁੰਦੀ ਹੈ। ਕਈ ਫੀਮ ਦੀ ਗੋਲੀ ਵੀ ਖਾਂਦੇ ਨੇ ਅਤੇ ਖਵਾ ਵੀ ਦਿੰਦੇ ਨੇ। ਉਹ ਫਿਰ ਜਦ ਲੱਗ ਜਾਏ, ਹੱਡਾਂ 'ਚ ਰਚ ਜਾਏ, ਮੁੜ ਕੇ ਛੁੱਟਦੀ ਨਹੀਂ। ਆ ਬਲੱਡ ਪ੍ਰੈਸ਼ਰ ਦੀ ਗੋਲੀ ਵੀ, ਨੀਂਦ ਦੀ ਵੀ, ਸਿਟਰਾ ਜਾਣੀ, ਇਹ ਵੀ ਸਭ ਕੁਝ ਜੇ ਬਹੁਤਾ ਜ਼ਿਆਦਾ ਬੰਦਾ ਡੇਲੀ ਖਾਣ ਲੱਗ ਪਊਗਾ ਫਿਰ ਤਾਂ ਖੂਨ 'ਚ ਰਚ ਕੇ ਨੁਕਸਾਨ ਕਰੇਗੀ। ਇਸ ਲਈ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਆਪੇ ਹੀ ਰੱਬ ਕਿਰਪਾ ਕਰਦਾ। ਸੋ ਬੰਦਾ ਕੰਮ ਕਰਦਾ ਥੱਕ ਜਾਏ, ਆਪਣੇ ਆਪ ਹੀ ਨੀਂਦ ਆਉਂਦੀ ਹੈ। ਇਸ ਲਈ ਗੋਲੀਆਂ ਤੱਕ ਨਹੀਂ ਖਾਣੀਆਂ ਚਾਹੀਦੀਆਂ। ਬਿਮਾਰੀ ਆਈ ਹੈ, ਹੌਲੀ ਹੌਲੀ ਚਲੀ ਵੀ ਜਾਏਗੀ। ਸੋ ਭਾਈ ਮਰਦਾਨਾ ਸਾਹਿਬ ਜੀ ਪਿਛਲੇ ਜਨਮ ਦੇ ਵਿੱਚ ਬ੍ਰਾਹਮਣ ਦੇ ਰੂਪ ਦੇ ਵਿੱਚ ਤਪ ਕਰ ਰਹੇ ਸੀ। ਸਾਰੀ ਉਮਰ ਤਪੱਸਿਆ ਕਰਦਿਆਂ, ਅਰਦਾਸਾਂ ਕਰਦਿਆਂ ਗੁਜ਼ਰੀ। ਜਦ ਮੌਤ ਦਾ ਟਾਈਮ ਆਇਆ ਤਾਂ ਸੇਵਕਾਂ ਨੇ ਮੂੰਹ 'ਚ ਚਮਚਾ ਭਰ ਕੇ ਬਰਾਂਡੀ ਪਾ ਦਿੱਤੀ, ਸ਼ਰਾਬ ਪਾ ਦਿੱਤੀ। ਉਮਰ ਤਾਂ ਪੂਰੀ ਹੋ ਚੁੱਕੀ ਸੀ, ਮੂੰਹ 'ਚ ਸ਼ਰਾਬ ਪੈਣ ਤੋਂ ਸਵਾਸ ਨਿਕਲ ਗਏ। ਉਹ ਮੁਸਲਮਾਨਾਂ ਅਤੇ ਮਰਾਸੀਆਂ ਦੇ ਘਰ ਜਨਮ ਹੋਇਆ, ਪਰ ਭਗਤੀ ਕੀਤੀ ਵਿਅਰਥ ਨਹੀਂ ਜਾਂਦੀ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਇਸ ਲਈ ਭੁੱਲ ਕੇ ਵੀ ਨਸ਼ਿਆਂ ਦੇ ਕੋਲੋਂ ਦੀ ਨਹੀਂ ਲੰਘਣਾ ਚਾਹੀਦਾ। ਇਹ ਗੁਰਮੁਖਾ, ਜਾਣੋ ਜੋਤ ਨਾ ਪੁੱਛੋ ਜਾਤੀ। ਇਹ ਜੋਤ ਨੂੰ ਜਾਣ। ਜੋਤ ਤਾਂ ਵਾਹਿਗੁਰੂ ਅਕਾਲ ਪੁਰਖ ਦੀ ਹੈ, ਇਹ ਤਾਂ ਮਹਾਤਮਾ ਹੈ। ਤੂੰ ਜਾਤ ਤੋਂ ਕੀ ਲੈਣਾ ਹੈ? ਇਸ ਲਈ ਜੋ ਪਰਮਾਤਮਾ ਦੇ ਨਾਮ 'ਚ ਲੀਨ ਹੋਏ ਨੇ ਉਹਨਾਂ ਦੇ ਪਾਸੋਂ ਕੋਈ ਜਾਤ ਪਾਤ ਨਹੀਂ ਪੁੱਛੀ ਜਾਂਦੀ। ਜੋ ਪ੍ਰਭੂ ਦੇ ਨਾਮ ਲੈਣ ਵੱਲੋਂ ਖਾਲੀ ਨੇ ਉਹਨਾਂ ਦੀ ਕੋਈ ਚੰਗੀ ਜਾਤੀ ਪਾਤੀ ਨਹੀਂ ਹੁੰਦੀ। ਭਾਵੋ ਭ੍ਰਿਸ਼ਟੇ ਹੋਏ ਮਨੁੱਖ ਨੇ ਜਿੰਨੀ ਮਰਜ਼ੀ ਉੱਚੀ ਕੁਲ ਵਿੱਚ ਭਾਵੇਂ ਪੈਦਾ ਹੋਏ ਹੋਣ। ਸਭ ਦੁਖ ਸਖਾਈ ਗੁਣ ਹੈ ਬੀਨ। ਜੋ ਪਰਮਾਤਮਾ ਦੇ ਗੁਣਾਂ ਤੋਂ ਬੀਨ ਰਹਿਤ ਨੇ ਉਹਨਾਂ ਦੇ ਸਾਰੇ ਦੁੱਖ ਕਸ਼ਟ ਹੀ ਸਾਥੀ ਬਣੇ ਰਹਿੰਦੇ ਨੇ। ਜਿਨ੍ਹਾਂ ਨੇ ਪਰਮਾਤਮਾ ਦੇ ਗੁਣਾਂ ਨੂੰ
ਚੁਣ ਲਿਆ, ਭਾਵ ਗ੍ਰਹਿਣ ਕਰ ਲਿਆ, ਉਹਨਾਂ ਦੇ ਸਾਰੇ ਦੁੱਖ ਹੀ ਸੁਖਦਾਇਕ ਹੋ ਕੇ ਸਹਾਇਕ ਬਣ ਜਾਂਦੇ ਹਨ। ਮਨ ਚੱਲੈ ਨ ਜਾਈ ਠਾਕ ਰਾਖ। ਇਹ ਭਾਈ, ਇਹ ਮਨ ਕਿਸੇ ਪਦਾਰਥਾਂ ਵਿੱਚ ਚਲਾਈਮਨ ਹੋ ਕੇ ਚਲਿਆ ਨਾ ਜਾਵੇ, ਇਸ ਲਈ ਇਸ ਨੂੰ ਰੋਕ ਕੇ ਰੱਖਣਾ ਕਰੋ। ਹਰ ਰਸ ਰਾਤੀ ਪਤ ਨ ਸਾਖ। ਪਰਮਾਤਮਾ ਦੇ ਪ੍ਰੇਮ 'ਚ ਰੰਗੇ ਤੋਂ ਬਿਨਾਂ ਜੀਵ ਦੀ ਇੱਥੇ ਕੋਈ ਇੱਜ਼ਤ ਨਹੀਂ ਰਹਿੰਦੀ, ਅਤੇ ਪਰਲੋਕ ਵਿੱਚ ਵੀ ਉਸ ਦੀ ਉਗਾਈ ਗਵਾਹੀ ਨਹੀਂ ਕੋਈ ਦਿੰਦਾ। ਤੂੰ ਆਪੇ ਸੁਰਤਾ ਆਪ ਰਾਖ। ਇਸ ਲਈ ਬੇਨਤੀ ਕਰੋ, ਹੇ ਪ੍ਰਭੂ, ਤੂੰ ਆਪ ਹੀ ਗਿਆਤਾ, ਆਪ ਹੀ ਸਭ ਦੀ ਰੱਖਿਆ ਕਰਨ ਵਾਲਾ ਹੈ। ਤਰ ਧਾਰਨ ਦੇਖੈ ਜਾਣੈ ਆਪ। ਤੂੰ ਆਪ ਹੀ ਧਰਤੀ ਆਦਿਕ ਤੱਤਾਂ ਨੂੰ ਆਪ ਦੇ ਆਸਰੇ ਧਾਰਨ ਕਰਕੇ ਦੇਖ ਰਿਹਾ, ਅਤੇ ਆਪ ਹੀ ਸਾਰੇ ਭੇਤਾਂ ਨੂੰ ਜਾਣਦਾ ਹੈ। ਆਪ ਭੁਲਾਈ ਕਿਸ ਕਾਹੂ ਜਾਈ। ਜਿਸ ਨੂੰ ਪ੍ਰਭੂ ਨੇ ਆਪ ਹੀ ਆਪਣੇ ਸਰੂਪ ਵੱਲੋਂ ਭੁਲਾ ਦਿੱਤਾ, ਫਿਰ ਮੈਂ ਕਿਸ ਕੋਲ ਜਾ ਕੇ ਆਪਣੀ ਪੀੜਾ ਕਹਿਣਾ ਕਰਾਂ। ਗੁਰ ਮੇਲੀ ਬਿਰਥਾ ਕਾਹੂ ਮਾਈ। ਇਹ ਮਾਤਾ ਰੂਪ ਤੁਮ ਸਖੀਓ, ਜੇਕਰ ਪ੍ਰਭੂ ਆਪ ਗੁਰੂ ਦੇ ਨਾਲ ਮਿਲੇ ਤਾਂ ਉਹਨਾਂ ਗੁਰਾਂ ਪਾਸ ਜਾ ਕੇ ਆਪਣੀ ਪੀੜਾ ਕਹਿਣੀ ਕਰਾਂਗਾ। ਅਬ ਗਣ ਛੋਡਾਓ ਗੁਣ ਕਮਾਈ। ਅਤੇ ਗੁਨਾਹਾਂ ਨੂੰ ਛੱਡ ਕੇ ਗੁਣਾਂ ਨੂੰ ਕਮਾਉਣਾ ਕਰਾਂਗਾ। ਗੁਰ ਸਬਦੀ ਰਾਤਾ ਸੱਚ ਸਮਾਈ। ਜੇਕਰ ਗੁਰੂ ਅਕਾਲ ਪੁਰਖ ਦੇ ਉਪਦੇਸ਼ ਰੰਗਿਆ ਗਿਆ ਤਾਂ ਸੱਚ ਸਰੂਪ ਦੇ ਵਿੱਚ ਸਮਾ ਜਾਵਾਂਗਾ। ਸਤ ਗੁਰ ਮਿਲਿਆ ਮਤ ਊਤਮ ਹੋਏ। ਕਿਉਂਕਿ ਸਤਿਗੁਰਾਂ ਦੇ ਮਿਲਣ ਕਰਕੇ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ। ਮਨ ਨਿਰਮਲ ਹਉ ਮੈਂ ਕੱਢੈ ਧੋਏ। ਹਿਰਦਾ ਉਜਲ ਹੋ ਜਾਂਦਾ, ਤੇ ਗੁਰੂ ਜੀ ਹੰਗਤਾ ਮਮਤਾ ਦੀ ਮੈਲ ਕੱਢ ਕੇ ਨਾਮ ਦਾ ਸਾਬਣ ਪ੍ਰੇਮ ਦਾ ਜਲ ਪਾ ਕੇ ਮਨ ਨੂੰ ਧੋ ਦਿੰਦੇ ਨੇ। ਸਦਾ ਮੁਕਤ ਬਾਂਧ ਨਾ ਸਕੈ ਕੋਈ। ਜਿਸ ਦਾ ਮਨ ਸ਼ੁੱਧ ਹੋ ਗਿਆ, ਉਹ ਪੁਰਸ਼ ਹਮੇਸ਼ਾ ਕਲਿਆਣ ਸਰੂਪ ਮੁਕਤ ਹੈ, ਉਹਨੂੰ ਕੋਈ ਵੀ ਜੰਮਣ ਮਰਨ ਰਾਗ ਦਵੈਖ ਬੰਨ੍ਹ ਨਹੀਂ ਸਕਦਾ। ਸਦਾ ਨਾਮ ਵਖਾਣੈ ਕਰੂ ਨਾ ਕੋ ਔਰ ਨਾ ਕੋਈ। ਉਹ ਪੁਰਖ ਹਮੇਸ਼ਾ ਪਰਮਾਤਮਾ ਦਾ ਨਾਮ ਹੀ ਕਥਨ ਕਰਦਾ, ਉਹ ਵਾਹਿਗੁਰੂ ਤੋਂ ਬਿਨਾਂ ਉਸ ਵਰਗਾ ਹੋਰ ਕੋਈ ਨਹੀਂ ਜਾਣਦਾ। ਮਨ ਹਰ ਕੈ ਭਾਣੈ ਆਵੈ ਜਾਇ। ਸੋ ਉਹ ਪੁਰਖ ਜਿਹੜਾ ਹੈ ਉਹ ਇਹ ਸਮਝਦਾ ਹੈ ਕਿ ਜਿਹੜਾ ਮਨ ਜੀਵ ਪਰਮਾਤਮਾ ਦੇ ਹੁਕਮ ਦੇ ਵਿੱਚ ਸੰਸਾਰ ਅੰਦਰ ਜੰਮ ਕੇ ਆਉਂਦਾ ਅਤੇ ਮਰ ਕੇ ਜਾਂਦਾ ਰਹਿੰਦਾ ਹੈ, ਜਾਂ ਜੋ ਪਰਮਾਤਮਾ ਦੇ ਭਾਣੇ ਨੂੰ ਮੰਨ ਲੈਂਦਾ, ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੇ ਸਰੂਪ ਦੇ ਵਿੱਚ ਚਲਾ ਜਾਂਦਾ ਹੈ। ਸਭ ਮਹਿ ਏਕੋ ਕਿਛ ਕਹਿਣ ਨਾ ਜਾਏ। ਸਾਰੇ ਸੰਸਾਰ ਵਿੱਚ ਇੱਕ ਪ੍ਰਭੂ ਹੀ ਵਿਆਪਕ ਹੈ, ਉਸ ਦੇ ਭਾਣੇ ਤੋਂ ਉਲਟ ਕੁਝ ਵੀ ਕਿਹਾ ਨਹੀਂ ਜਾਂਦਾ। ਸਭ ਹੁਕਮ ਵਰਤੈ ਹੁਕਮ ਸਮਾਈ। ਸਾਰਾ ਸੰਸਾਰ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਵਰਤ ਰਿਹਾ ਹੈ, ਅਤੇ ਹੁਕਮ ਅਨੁਸਾਰ ਹੀ ਸਾਰਾ ਸਮਾ ਜਾਂਦਾ ਹੈ। ਦੁਖ ਸੁਖ ਸਭ ਤਿਸ ਰਜਾਈ। ਸੋ ਜੀਵਾਂ ਨੂੰ ਦੁੱਖ ਅਤੇ ਸੁੱਖ, ਦੁੱਖ ਦੀ ਨਿਵਰਤੀ ਅਤੇ ਸੁੱਖ ਦੀ ਪ੍ਰਾਪਤੀ ਸਭ ਉਸ ਦੀ ਆਗਿਆ ਦੇ ਵਿੱਚ ਹੈ। ਤੂੰ ਅਭੁੱਲ ਨਾ ਭੁੱਲਾਓ ਕਦੇ ਨਾਹੀ। ਇਹ ਪਤੀ ਪ੍ਰਭੂ ਤੂੰ ਸਦਾ ਭੁੱਲਣ ਤੋਂ ਰਹਿਤ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ, ਤੇ ਕਦੇ ਵੀ ਭੁੱਲਣ ਵਿੱਚ ਨਹੀਂ ਆਉਂਦਾ। ਗੁਰ ਸ਼ਬਦ ਸੁਣਾਈ ਮਤ ਅਗਾਹੀ। ਜਿਨ੍ਹਾਂ ਨੂੰ ਤੂੰ ਗੁਰਾਂ ਦਾ ਸ਼ਬਦ ਸੁਣਾਉਂਦਾ, ਉਹਨਾਂ ਦੀ ਬੁੱਧ ਅਗਾਧ ਆਤਮ ਸ਼ਾਣੀ ਹੁੰਦੀ ਹੈ। ਤੂੰ ਮੋਟੋ ਠਾਕੁਰ ਸ਼ਬਦ ਮਾਹੀ। ਇਹ ਠਾਕੁਰ ਮਾਲਕ ਪਰਮਾਤਮਾ ਤੂੰ ਬੜਾ ਮੋਟਾ ਹੈ, ਕਮਜ਼ੋਰ ਜਿਹਾ ਨਹੀਂ ਹੈ ਵੀ ਹਵਾ ਦੇ ਬੁੱਲੇ ਤੋਂ ਹੀ ਡੋਲਣ ਲੱਗ ਪਏ, ਜਾਂ ਝਾਟੀ ਬੁਖਾਰ ਖੰਘ ਜ਼ੁਕਾਮ ਲੱਗ ਜਾਏ। ਮੋਟੋ ਦਾ ਮਤਲਬ ਵੱਡਾ ਹੈ, ਅਧਿਸ਼ਟਾਨ ਰੂਪ ਹੈ, ਅਤੇ ਗੁਰਾਂ ਦੀ ਉਪਦੇਸ਼ ਜਾਂ ਸੰਸਾਰ ਵਿੱਚ ਵਿਆਪਕ ਹੋ ਰਿਹਾ ਹੈ। ਮਨ ਨਾਨਕ ਮਾਨਿਆ ਸੱਚ ਸਲਾਹੀ। ਸਤਿਗੁਰੂ ਜੀ ਕਥਨ ਕਰਦੇ ਕਿ ਜਿਨ੍ਹਾਂ ਦਾ ਮਨ ਗੁਰੂ ਉਪਦੇਸ਼ 'ਚ ਮੰਨ ਗਿਆ, ਉਹ ਤੇਰੇ ਸੱਚੇ ਨਾਮ ਨੂੰ ਹਮੇਸ਼ਾ ਹੀ ਸਲਾਹੁੰਦੇ ਨੇ। ਇੱਥੇ ਸਮਾਪਤੀ ਹੈ ਜੀ। ਭੁੱਲ ਚੁੱਕ ਖਿਮਾ ਕਰੋ।
ਅੱਗੇ ਦੋਸ ਮਤ ਬਖਸ਼ੋ। ਤੂੰ ਭੁੱਲ ਨਾ ਭੁੱਲਾ ਕਦੇ ਨਾਹੀ। ਗੁਰ ਸ਼ਬਦ ਸੁਣਾਏ ਮਤ ਅਗਾਹੇ। ਤੂੰ ਮੋਟਾ ਠਾਕੁਰ ਸ਼ਬਦ ਮਨ ਨਾਨਕ ਮਾਨਿਆ ਸੱਚ ਸਲਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਬਰਵਾਰ ਬਰੀਆਂ ਸ਼ਬਦ ਗਾਵਣ ਆਈਆਂ। ਸਭ ਦੂਤ ਗਾਬੂ ਹਰੀ ਕੀਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭੇ ਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ। ਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਹੈ ਨਾਨਕ ਸੱਚੇ ਕਿਆ ਨਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਂਧ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸਭ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੋਤ ਦਵਾਜੇ ਗੀਤੇ ਕਾਲ ਕੰਡਕ ਮਾਰਿਆ। ਤੁਰ ਕਰਮ ਪਾਇਆ ਦੁਰਜਨ ਕਾਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨੰਦ ਵਾਜੇ। ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ। ਬਿਨ ਮੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। ਆਈਆ ਬੁਰੇ ਆਈਆ ਵਾਚਾ ਧਰਮ ਦੂਰ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਦੇ ਮੁਖ ਉਜਲੇ ਕੀਤੀ ਛੋਟੀ ਨਾਮ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੀ ਕਿਰਪਾ ਮੈਂ ਕੋਇ ਨ ਜਾਣੈ। ਤੁਮਰਾ ਅੰਤ ਊਚੇ ਤੇ ਊਚਾ। ਸਗਲ ਸਮਗਰੀ ਤੁਮਰੈ ਸੂਤਰ ਤਾਰੀ। ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਤੁਧ ਆਗੈ ਅਰਦਾਸ ਹਮਾਰੀ। ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ। ਵਾਹਿਗੁਰੂ 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 ਜੀ। ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉ ਨਿਦਾਵੈ ਤਾਏ। ਸਭ ਥਾਈ ਹੋਏ ਸਹਾਏ।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ। ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ। ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤਿਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ। ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਕਰਨ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਸੱਚੇ ਪਿਤਾ ਵਾਹਿਗੁਰੂ ਜੀਓ। ਸਿੰਘ ਸਾਹਿਬ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਅਤੇ ਅਨੇਕ ਸ਼ਹੀਦਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਿਤਾ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੰਗਤ ਦੀਵਾਨ ਸਜਾਏ ਹਨ। ਸਜਾਏ ਦੀਵਾਨਾਂ ਵਿੱਚ ਸ਼ਬਦ ਚੌਂਕੀ ਆਸਾ ਜੀ ਕੀ ਵਾਰ ਜੀ ਕੇ ਭੋਗ ਉਪਰੰਤ ਚੱਲ ਰਹੀ ਲੜੀਵਾਰ ਆਪ ਜੀ ਦੀ ਪਾਵਨ ਬਾਣੀ ਦੀ ਕਥਾ ਹੋਈ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਜੀ, ਅੱਗੇ ਤੋਂ ਸੁਮਤ ਬਖਸ਼ਣਾ। ਦਰ ਆਈ ਸੰਗਤ ਦੀ ਹਾਜ਼ਰੀ, ਦਰ ਤੇ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀ। ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ। ਕਿਸਾਨਾਂ ਦੁਆਰਾ ਦਿੱਲੀ ਵਿੱਚ ਅਤੇ ਹੋਰ ਅਨੇਕ ਥਾਵਾਂ ਤੇ ਚੱਲ ਰਹੇ ਸੰਘਰਸ਼ ਵਿੱਚ ਸੰਪੂਰਨ ਫਤਿਹ ਬਖਸ਼ਿਸ਼ ਕਰਨਾ ਜੀ। ਸੰਪੂਰਨ ਸਫਲਤਾ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਸਭਨਾਂ ਨੂੰ ਏਕਤਾ ਦਾ ਬਲ ਬਖਸ਼ਣਾ। ਸਭਨਾਂ ਦੇ ਘਰਾਂ ਪਰਿਵਾਰਾਂ ਵਿੱਚ ਠੰਡ ਸੁਖ ਸ਼ਾਂਤੀ ਬਣਾਈ ਰੱਖਣਾ ਜੀ। ਕਥਾ ਕੀਰਤਨ ਦਾ ਭਾਵ ਹਿਰਦਿਆਂ ਵਿੱਚ ਵਸਾਉਣਾ। ਸੰਗਤ ਵੱਲੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵਹੁ ਭੋਗ। ਹਰ ਰਾਏ ਦੇ ਮਹਾਵਾਕ ਅਨੁਸਾਰ ਆਪ ਜੀ ਨੂੰ ਲੱਗਿਆ ਭੋਗ ਸਾਧ ਸੰਗਤ ਵਿੱਚ ਵਰਤੇ। ਆਪ ਜੀ ਪਾਵਨ ਮੁਖਾਰ ਬਿੰਬ ਚੋਂ ਪਾਵਨ ਹੁਕਮ ਦੀ ਬਖਸ਼ਿਸ਼ ਕਰੋ ਜੀ। ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ। ਸਈ ਪਿਆਰੇ ਮਿਲਹੁ ਜਿਨ੍ਹਾਂ ਨਾਲ ਮਿਲ ਕੇ ਆਪ ਜੀ ਦਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕਉ ਮਿਲ ਬੋਚੈ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ। ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵੰਦੇ। ਜੋ ਸ਼ਰਧਾ ਕਰ ਸੇਵੰਦੇ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਹਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਸੋ ਕਹੋ ਟਲ ਗੁਰ ਸੇਵੀਆ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮੰਦੇ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ, ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। जब हम होते तब तू नाही, अब तू ही मैं नाही। अनल अगम जैसे लहर में ओधद, जल केवल जल माही। जब हम होते तब तू नाही, अब तू ही मैं नाही। अनल अगम जैसे लहर में ओधद, जल केवल जल माही। माधवे क्या कहिए भ्रम ऐसा, जैसा मानिए होए ना तैसा। रहाओ नरपत एक सिंहासन सोया, सुपने भया भिखारी। अक्षत राज विशरत दुख पाया, सोगत भई हमारी। राज पुयंग प्रसंग जैसे है, अब कश मर्म जनाया। अनक कटक जैसे भूल परे, अब कहते कहन ना आया। सर्वे एक अनेक स्वामी, सब घट भोगवै सोई। कह रविदास हाथ पै नेरै, सहजे होए सो होई। सर्वे एक अनेक स्वामी, सब घट भोगवै सोई। कह रविदास हाथ पै नेरै, सहजे होए सो होई। वाहिगुरु जी का खालसा वाहिगुरु जी की फतेह।
राग सोरठ बाणी भगत रविदास जी की। एक ओंकार सतगुर प्रसाद, जब हम होते तब तू नाही, अब तू ही मैं नाही। अनल अगम जैसे लहर में ओदद, जल केवल जल माही। श्रोमणी भगत रविदास साहिब जी राग सोरठ अंदर शुभ उपदेश बख्शिश करते हैं। भगत रविदास साहिब जी फरमाते हैं कि हे परमेश्वर, जद साडे अंदर हंगता आदि विकार सन तद तुसी प्राप्त नहीं सी हुंदे। हुण ज्ञान अवस्था विच तुसी प्राप्त होए तां साडे अंदर हंगता ममता आदि विकार नहीं हन। हुण असी आप जी विच अपेद हो गए। जिवें हवा दे स्पर्श नाल समुंदर विच अनेकां ही लहरां उठदियां हन। जद वो नहीं उठियां तद भी वो जल सी, जद उठियां तद भी वो जल ही है। फिर समुंदर विच समा के समुंदर का ही रूप हो जांदियां हन। हे माया दे पति परमेश्वर, असां जीवां नूं ये एक भुलेखा पिया होया है कि ये जगत आप जी तो वखरी हस्ती है, पर ये जो असीं मन्निया है ये ठीक नहीं है। जिवें एक राजा सिंघासन ते सुता होया सुपने विच भिखारी बन जावे, चंगा भला राज भाग हुंदियां होया उस तो विछड़िया वेख के दुखी हुंदा है। इसे प्रकार आप तो विछड़ के साडी जीवां दी हालत हो रही है। जिवें रस्सी ते सप दा दृष्टांत है कि भरम विच रस्सी नूं सप समझीदा है पर उसका संबंध झूठा है। इसे प्रकार ये जगत रूपी सप दा आप जी विच संबंध झूठा प्रतीत हो रहा है। यह भेद भी आप जी ने जनाउणा किया है। हे परमेश्वर, जिमें सतगुरु जी फरमाते हैं कि जिमें सोने तो अनेका ही गहने बने होण, पर उन्हां गहणियां नूं वेख के सानू ये भुलेखा होवे कि सोना कई प्रकार का है, पर यह कहना भी ठीक नहीं है क्योंकि सोना तो एक ही है। इसी प्रकार सारे संसार विच एक परमेश्वर तू ही है, एक तो अनेक रूप हो के सारिया घटां विच पदार्थां नूं भोग रहा है। भगत रविदास जी कथन करते हैं कि हे परमेश्वर, मन रूपी हथ पैण करके तू साडे नेड़े है, हत्थां पैरां तो भी नेड़े जापदा है। जो भी आप जी दे भाणे विच हुंदा है वो सुते सिद्ध ही हुंदा है। ये पावन पवित्र उपदेश धन धन सतगुरु श्री गुरु ग्रंथ साहिब जी के पावन अंग 657 658 ते सुभाएमान है जी। वाहिगुरु जी का खालसा, वाहिगुरु जी की फतेह। एक ओंकार सतनाम करता पुरख निरभउ निर्वैर, अकाल मूरत अजूनी सैभंग गुर प्रसाद जप। आद सच जुगाद सच है भी सच, नानक होसी भी सच। एक ओंकार सतनाम करता पुरख निरभउ निर्वैर, अकाल मूरत अजूनी सैभंग गुर प्रसाद जप। आद सच जुगाद सच है भी सच, नानक होसी भी सच। एक ओंकार सतनाम करता पुरख निरभउ निर्वैर, अकाल मूरत अजूनी सैभंग गुर प्रसाद जप। आद सच जुगाद सच है भी सच, नानक होसी भी सच। एक ओंकार सतनाम करता पुरख निरभउ निर्वैर, अकाल मूरत अजूनी सैभंग गुर प्रसाद जप। आद सच जुगाद सच है भी सच, नानक होसी भी सच। एक ओंकार सतनाम करता पुरख निरभउ निर्वैर, अकाल मूरत अजूनी सैभंग गुर प्रसाद जप। आद सच जुगाद सच है भी सच, नानक होसी भी सच। वाहिगुरु वाहिगुरु
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।